ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਭਾਨੀ ਅਨੇਜਾ ਤੇ ਸਾਡੀ ਖਾਸ ਪੇਸ਼ਕਸ਼ ਸਾਂਝੀ ਗੱਲਬਾਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਦੌਰਾਨ ਅਕਸਰ ਤੁਸੀਂ ਉਹ ਤੱਥਾਂ ਦੇ ਰੂਬਰੂ ਹੁੰਦੇ ਹੋ ਜਿਹੜੇ ਸਾਡੀ ਜ਼ਿੰਦਗੀ ਦੇ ਰੋਜ਼ਮਰਾ ਦੇ ਵਿੱਚ ਅਸੀਂ ਸੁਣਦੇ ਵੀ ਹਾਂ, ਜਿਨ੍ਹਾਂ ਦੇ ਨਾਲ ਅਸੀਂ ਵਿਚਰਦੇ ਵੀ ਹਾਂ, ਲੇਕਿਨ ਬਹੁਤ ਵਾਰੀ ਅਸੀਂ ਅਣਗੌਲੇ ਕਰ ਜਾਂਦੇ ਹਾਂ ਜਾਂ ਜਾਣ ਬੁੱਝ ਕੇ ਉਸ ਨੂੰ ਕਹਿ ਲੈਂਦੇ ਨਾ ਕਿ ਅੱਖਾਂ ਮੀਟ ਲਿੱਤੀਆਂ ਜਾਂਦੀਆਂ ਨੇ, ਲੇਕਿਨ ਬਾਅਦ 'ਚੋਂ ਸਾਡੇ ਲਈ, ਸਾਡੇ ਸਰੀਰ ਦੇ ਲਈ, ਸਾਡੇ ਸਿਹਤ ਦੇ ਲਈ ਤੇ ਨਾਲ ਹੀ ਨਾਲ ਸਾਡੇ ਪਰਿਵਾਰ ਦੇ ਲਈ ਹਾਨੀਕਾਰਕ ਸਾਬਤ ਹੋ ਜਾਂਦੇ ਨੇ। ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਡਾਕਟਰ ਹਰਸ਼ਿੰਦਰ ਕੌਰ ਉਚੇਚੇ ਤੌਰ ਤੇ ਜੁੜਦੇ ਨੇ, ਜੋ ਆਪਣੇ ਤਜਰਬੇ ਰਾਹੀਂ ਤੇ ਤੱਥਾਂ ਰਾਹੀਂ, ਰਿਪੋਰਟਸ ਦੇ ਰਾਹੀਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਦੇ ਨੇ, ਕੁਝ ਅਜਿਹੇ ਤੱਥ ਰੱਖਦੇ ਨੇ ਜੋ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੇ ਨੇ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਾਜ ਦੇ ਵਿੱਚ, ਭਾਵੇਂ ਸਿਹਤ ਪੱਖੋਂ ਜਾਂ ਭਾਵੇਂ ਕਿਸੇ ਹੋਰ ਜਿਹੜੀਆਂ ਸਮਾਜਿਕ ਬੁਰਾਈਆਂ ਨੇ, ਉਹਨਾਂ ਨੂੰ ਦੂਰ ਕਿਸੇ ਵੀ ਤਰੀਕੇ ਦੇ ਨਾਲ ਕੀਤਾ ਜਾ ਸਕੇ। ਸੋ ਇੱਕ ਸਾਂਝੀ ਕੋਸ਼ਿਸ਼ ਜੋ ਹੈ, ਸਾਂਝੀ ਗੱਲਬਾਤ ਦੇ ਜ਼ਰੀਏ ਸਾਂਝਾ ਟੀਵੀ ਦੀ ਤੇ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੀ ਉਹ ਜ਼ਰੂਰ ਰਹਿੰਦੀ ਹੈ। ਅੱਜ ਅਸੀਂ ਜਿਸ ਮੁੱਦੇ ਤੇ ਇਸ ਪ੍ਰੋਗਰਾਮ ਦੇ ਦੌਰਾਨ ਗੱਲਬਾਤ ਕਰਾਂਗੇ, ਉਹ ਮੁੱਦਾ ਬਹੁਤ ਗੰਭੀਰ ਹੈ। ਅਸੀਂ ਇਸ ਪ੍ਰੋਗਰਾਮ ਦੇ ਦੌਰਾਨ ਕੁੜੀਆਂ ਦੇ ਉੱਤੇ ਹੋ ਰਹੇ ਸ਼ੋਸ਼ਣ ਦਾ ਅਕਸਰ ਜ਼ਿਕਰ ਕਰਦੇ ਨਜ਼ਰ ਆਉਂਦੇ ਹੋਵਾਂਗੇ ਤੁਹਾਨੂੰ। ਪਿਛਲੇ ਦਿਨੀ ਵੀ ਜੇਕਰ ਦੇਖਿਆ ਜਾਵੇ, ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਬਿਲਕਿਸ ਬਾਨੋ ਦਾ ਰੇਪ ਦਾ ਜ਼ਿਕਰ ਕੀਤਾ ਸੀ। ਅੱਜ ਪੰਜਾਬ ਦੀ ਨੌਜਵਾਨੀ ਦਾ ਜ਼ਿਕਰ ਕੀਤਾ ਜਾਵੇ, ਬਹੁਤ ਨੌਜਵਾਨੀ ਜੋ ਹੈ ਉਹ ਬਾਹਰ ਵੱਲ ਨੂੰ ਜਾ ਰਹੀਆਂ ਨੇ, ਭਾਵੇਂ ਮੁੰਡੇ ਹੋਣ ਭਾਵੇਂ ਕੁੜੀਆਂ ਹੋਣ, ਲੇਕਿਨ ਕੀ ਬਾਹਰ ਦੇ ਮੁਲਕਾਂ ਦੇ ਵਿੱਚ ਉਹਨਾਂ ਦਾ ਭਵਿੱਖ ਸੁਰੱਖਿਅਤ ਹੈ? ਇੱਕ ਵੱਡਾ ਸਵਾਲ ਖੜਾ ਹੋ ਰਿਹਾ, ਕਿਉਂਕਿ ਕੁਝ ਰਿਪੋਰਟਾਂ ਸਾਹਮਣੇ ਆਈਆਂ ਨੇ ਜੋ ਦਿਲ ਦਹਿਲਾ ਦਿੰਦੀਆਂ ਨੇ, ਜੋ ਰੂਹ ਕੰਬਾ ਦਿੰਦੀਆਂ ਨੇ। ਕੁਝ ਵੀਡੀਓ ਸਾਹਮਣੇ ਆਈਆਂ ਨੇ ਜੋ ਇੱਕ ਵਾਰੀ ਅੱਖਾਂ ਖੋਲ ਕੇ ਰੱਖ ਦਿੰਦੀਆਂ ਨੇ। ਕੀ ਇਹ ਅਸਲੀਅਤ ਹੈ? ਅਸੀਂ ਭਾਰਤ ਦੇ ਵਿੱਚ ਅਕਸਰ ਅਜਿਹੀਆਂ ਵੀਡੀਓਜ਼, ਰਿਪੋਰਟਾਂ ਸੁਣਦੇ ਹੁੰਦੇ ਹਾਂ ਕਿ ਸੈਕਸ ਰੈਕੇਟ ਨਾਮ ਦਾ ਇੱਕ ਗੋਰਖ ਧੰਦਾ ਜੋ ਹੈ ਉਹ ਚੱਲ ਰਿਹਾ। ਕਈ ਵਾਰ ਅਜਿਹੀਆਂ ਖਬਰਾਂ ਵੀ ਪੜ੍ਹਦੇ ਹਾਂ ਕਿ ਪੁਲਿਸ ਨੇ ਰੇਡ ਮਾਰੀ ਤਾਂ ਉੱਥੋਂ ਜੋ ਹੈ ਇੱਕ ਧੰਦੇ ਨੂੰ ਨਾਕਾਮ ਕੀਤਾ। ਲੇਕਿਨ ਅਜਿਹੀਆਂ ਚੀਜ਼ਾਂ ਬਾਹਰ ਦੇ ਮੁਲਕਾਂ ਦੇ ਵਿੱਚ ਹੋਣਾ ਔਰ ਪੰਜਾਬੀ ਕੁੜੀਆਂ ਦੇ ਨਾਲ ਹੋਣਾ, ਇਸ ਤਰੀਕੇ ਦੀਆਂ ਰਿਪੋਰਟਸ ਸਾਹਮਣੇ ਆਣਾ, ਵੱਡੇ ਵੱਡੇ ਇੰਟਰਨੈਸ਼ਨਲ ਅਖਬਾਰਾਂ ਦੇ ਵਿੱਚੋਂ ਵੀਡੀਓਜ਼ ਵਾਇਰਲ ਹੋਣਾ ਵੱਡੇ ਸਵਾਲ ਖੜੇ ਕਰਦਾ। ਸੋ ਅੱਜ ਇਸ ਮੁੱਦੇ ਤੇ ਮੈਮ ਦੇ ਤਜਰਬੇ ਦੇ ਰਾਹੀਂ ਤੇ ਕੁਝ ਰਿਪੋਰਟਸ ਦੇ ਰਾਹੀਂ ਜੋ ਅਸੀਂ ਗੱਲਬਾਤ ਕਰਾਂਗੇ ਉਹ ਤੁਹਾਡੇ ਸਨਮੁਖ ਰੱਖਾਂਗੇ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦਾ। ਮੈਮ ਬਹੁਤ ਬਹੁਤ ਸਵਾਗਤ ਹੈ ਜੀ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਵੇਖ ਸਕਦੇ ਸਭਨਾਂ ਨੂੰ ਨਿੱਘੀ ਫਤਿਹ ਜੀ। ਵੀਡੀਓਜ਼ ਰੂਹ ਕੰਬਾਓ, ਜਿਹੜੀਆਂ ਇੰਟਰਨੈਸ਼ਨਲ ਅਖਬਾਰਾਂ ਦੇ ਵਿੱਚ ਰਿਪੋਰਟਾਂ ਛਪੀਆਂ ਨੇ, ਉਹ ਦਿਲ ਦਹਿਲਾ ਦੇਣ ਵਾਲੀਆਂ, ਬਹੁਤ ਹੀ ਸ਼ੌਂਕਾਂ ਦੇ ਨਾਲ, ਬਹੁਤ ਹੀ ਲਾਡਾਂ ਦੇ ਨਾਲ ਮਾਪਿਆਂ ਦੀ ਪਾਲੀਆਂ ਧੀਆਂ, ਜੋ ਮਾਪਿਆਂ ਨੇ ਕਈ ਵਾਰੀ ਬਥੇਰੇ ਪੰਜਾਬ ਦੇ ਅਜਿਹੇ ਮਾਪੇ ਨੇ ਆਪਣੀ ਜ਼ਮੀਨਾਂ ਵੇਚ ਕੇ, ਮਾਵਾਂ ਆਪਣੇ ਸੋਨੇ ਨੂੰ ਗਿਰਵੀ ਰੱਖ ਕੇ ਆਪਣੀ ਧੀਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਉਹਨਾਂ ਨੂੰ ਬਾਹਰ ਭੇਜ ਰਹੀਆਂ ਨੇ, ਪੜ੍ਹ ਲਿਖ ਕੇ ਕਿ ਇੱਕ ਵੱਡਾ ਨਾਮ ਕਮਾਉਣ, ਆਪਣੇ ਸੁਪਨੇ ਪੂਰੇ ਕਰਨ। ਲੇਕਿਨ ਬਾਹਰ ਜੋ ਕੁਝ ਹੋ ਰਿਹਾ ਉਹ ਬਹੁਤ ਦਿਲ ਦਹਿਲਾ ਦੇਣ ਵਾਲਾ ਹੈ। ਕੀ ਹੈ ਮਤਲਬ ਰਿਪੋਰਟਾਂ ਦੀ ਸੱਚਾਈ ਕੀ ਹੈ, ਤੱਥ ਕੀ ਨੇ? ਦੇਖੋ, ਵਾਕਈ ਉਸ ਵੀਡੀਓ ਨੇ ਮੈਨੂੰ ਵੀ ਹਲੂਣਾ ਦਿੱਤਾ। ਅਸਲ 'ਚ ਪਹਿਲੀ ਨਹੀਂ ਸੀ, ਬਥੇਰੀਆਂ ਇਹੋ ਜਿਹੀਆਂ ਵੀਡੀਓਜ਼ ਅੱਗੇ ਵੀ ਨਿਕਲਦੀਆਂ ਰਹੀਆਂ, ਪਰ ਬਹੁਤੀ ਵਾਰ ਹਮੇਸ਼ਾ ਉਹ ਗੱਲਾਂ ਸਾਬਤ ਦਿੱਤੀਆਂ ਜਾਂਦੀਆਂ ਨੇ। ਕਾਰਨ ਸਿਰਫ ਇਹ ਕਿ ਸਾਡੀ ਕਮਿਊਨਿਟੀ ਦੇ ਉੱਤੇ ਕਿਤੇ ਨਾਮ ਦੇ ਉੱਤੇ ਕੋਈ ਵੱਟਾ ਨਾ ਲੱਗ ਜਾਵੇ, ਤੇ ਅਸੀਂ ਜੇ ਨਾਲੇ ਇਹੋ ਜਿਹੀ ਚੀਜ਼ ਉਜਾਗਰ ਹੋ ਗਈ ਤਾਂ ਕਿਤੇ ਸਾਨੂੰ ਇਸ ਲਈ ਕੰਮ ਨਾ ਕਰਨਾ ਪੈ ਜਾਏ, ਸਾਨੂੰ ਇਹਨੂੰ ਰੋਕਣ ਲਈ ਜਹਿਦ ਨਾ ਕਰਨੀ ਪਵੇ। ਸੋ ਆਰਾਮ ਨਾਲ ਆਪੋ ਆਪਣੇ ਕੰਮਾਂ ਤੱਕ ਸੀਮਤ ਰਹੀਏ। ਇਸ ਕਾਰਨ ਇਹ ਖਬਰਾਂ ਦੱਬੀਆਂ ਜਾਂਦੀਆਂ ਰਹੀਆਂ। ਤੇ ਫਿਰ ਵੱਖੋ ਵੱਖਰੇ ਮੁਲਕਾਂ ਵਿੱਚ ਕਿਸ ਤਰੀਕੇ ਡੋਮੈਸਟਿਕ ਵਾਇਲੈਂਸ ਸਹਿ ਰਹੀਆਂ ਨੇ ਸਾਡੀਆਂ ਧੀਆਂ, ਉਹ ਤਾਂ ਬਹੁਤ ਵਾਰ ਜਾਗਜ਼ਾਰ ਹੋ ਗਿਆ ਕਿ ਉਹ ਖੁਦਕੁਸ਼ੀ ਤੱਕ ਕਰ ਜਾਂਦੀਆਂ ਨੇ, ਪਰ ਨਿਆਂ ਉਹਨਾਂ ਨੂੰ ਮਿਲਦਾ ਨਹੀਂ ਛੇਤੀ। ਕੁਝ ਰਿਪੋਰਟਾਂ ਜਿਹੜੀਆਂ ਅਸੀਂ ਸਾਂਝੀਆਂ ਕਰਾਂਗੇ, ਇਹ ਵਾਕਈ ਘਬਰਾ ਜਿਹਾ ਆਉਂਦਾ ਜਦੋਂ ਇਹਨਾਂ ਨੂੰ ਪੜ੍ਹਦੇ ਹਾਂ। ਪਰ ਇਹ ਕਿਉਂਕਿ ਅੱਜ ਦੀਆਂ ਨਹੀਂ, ਪੁਰਾਣੀਆਂ ਦੇ ਨਾਲ ਹੁਣ ਵੀ ਜੋ ਛਪ ਚੁੱਕੀਆਂ ਖਬਰਾਂ ਉਹਨਾਂ ਉੱਤੇ ਅਸੀਂ ਗੱਲ ਕਰ ਰਹੇ ਹਾਂ। ਤੇ ਮੇਰਾ ਬੇਨਤੀ ਤਾਂ ਇਹੋ ਹੈ ਕਿ ਤੂੰ ਪਰੰਤੂ ਕਰੀ ਜਾਣ ਨਾਲੋਂ ਕਿ ਨਹੀਂ ਜੀ ਇਹ ਗਿਣਤੀ ਇੰਨੀ ਨਹੀਂ ਹੈ, ਵੱਧਦੇ ਘਾਟੇ, ਉਹ ਸਾਰੇ ਉਹੀ ਨੇ ਜਿਨ੍ਹਾਂ ਨੇ ਕਰਨਾ ਲੈਣਾ ਦੇਣਾ ਕੁਝ ਵੀ ਨਹੀਂ, ਤੇ ਨਾ ਧੀਆਂ ਦੇ ਵਾਸਤੇ ਕਦੇ ਅੱਗੇ ਕੰਮ ਕੀਤਾ।
तो सिर्फ उन्हों का काम यो है कि असी ये कुछ भी ना करना पवे, तो बेहतर है कि नकार दो। खबरां टाइम्स ऑफ इंडिया तो मैं शुरू करांगी, जिहड़ी सन 2013 विच छपी। मैं बकायदा नाल दस रही हाँ, कोई भी जना खोल के उहदे चों पढ़ सकदा है। ये पब्लिश हुई जे 1 दसंबर 2013 विच। हुण इहदे विच हैडलाइन जे फ्रंट पेज ते बहुत वड्डी, राइज इन पंजाबी गर्ल्स गेटिंग पुश्ड इनटू फ्लैश ट्रेड इन यूके। यानी इंग्लैंड दे विच ਜਿਹੜੀਆਂ ਧੀਆਂ ਨੂੰ ਭੇਜਿਆ ਜਾ ਰਿਹਾ, ਉਹ ਵੀ ਪੰਜਾਬੀ ਕੁੜੀਆਂ ਨੂੰ, ਜਿਨ੍ਹਾਂ ਨੂੰ ਧੱਕੋ ਜ਼ੋਰੀ ਇਸ ਸਰੀਰਕ ਸ਼ੋਸ਼ਣ ਵੱਲ ਤੇ ਸਰੀਰਕ ਧੰਦੇ ਵੱਲ ਹੀ ਰਾਦਰ ਇਹਨਾਂ ਨੂੰ ਧੱਕਿਆ ਜਾ ਰਿਹਾ, ਜੋ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਹੁਣ ਇਹਦੇ ਵਿੱਚ ਜੇ ਮੈਂ ਪਹਿਲੀ ਖਬਰ ਇੰਜੀ ਪੜ੍ਹ ਕੇ ਹੀ ਸੁਣਾ ਦਿਆਂ ਤਾਂ ਬਹੁਤ ਬਿਹਤਰ ਹੈ। ਉਸੇ ਤਰ੍ਹਾਂ ਤਾਂ ਫਿਰ ਆਪਾਂ ਅੱਗੋਂ ਪੰਜਾਬੀ ਦੀ ਗੱਲ ਕਰਾਂਗੇ। लिखा जे the alarming rise in number of girls from Punjab being forced into flesh trade in UK has compelled prominent Sikhs in that country and Sikh Sevak Society International to submit a memorandum to Punjab Police urging it to check the disturbing trend and also create awareness among the community about the grim reality। ਹੁਣ ਇਹਦੇ ਅਗਲੀਆਂ ਡਿਟੇਲ ਖਬਰ ਕਾਫੀ ਵੱਡੀ ਜੇ, ਇਹ ਵੀ ਸਾਰੀ ਸਾਂਝੀ ਕਰਦੇ ਆ। ਯਾਨੀ ਪਹਿਲੀ ਚੀਜ਼ ਤਾਂ ਸਪਸ਼ਟ ਹੋ ਗਿਆ ਕਿ ਉਹਨਾਂ ਨੇ ਇਹ ਮੰਨਿਆ, ਜੋ ਕਿ ਉੱਥੋਂ ਦੀ ਹੀ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਹੈ, ਜਿਨ੍ਹਾਂ ਨੇ ਮੈਮੋਰੈਂਡਮ ਤੱਕ ਪੰਜਾਬ ਪੁਲਿਸ ਨੂੰ, ਮੈਂ ਸਨ 2013 ਦੀ ਗੱਲ ਕਰ ਰਹੀ ਹਾਂ, ਉਦੋਂ ਭੇਜਿਆ ਸੀ ਵੀ ਭਾਈ ਧਿਆਨ ਕਰੋ, ਬਹੁਤ ਭਾਰੀ ਗਿਣਤੀ ਬੇਟੀਆਂ ਸੈਕਸ ਟ੍ਰੇਡ ਵੱਲ ਧੱਕੀਆਂ ਜਾ ਰਹੀਆਂ ਨੇ, ਆਪਣੀ ਮਰਜ਼ੀ ਨਾਲ ਨਹੀਂ, ਬਹੁਤੀ ਭਾਰੀ ਗਿਣਤੀ ਤਾਂ ਧੱਕੀਆਂ ਜਾ ਰਹੀਆਂ ਨੇ। तो इस पक्ष पर ध्यान करो, इन्हां दी सुनवाई नहीं हो रही। रिपोर्ट उत्थे कीती गई, उस तो बाद उन्होंने जिहड़ी रिपोर्ट सांझी कीती वो यूके पुलिस दी सी रिपोर्ट, जिहदे विच क्लीयर लिखिया होया सी कि असीं 600 तो वध, यूके दी पुलिस रिपोर्ट जे 600 तो वध असीं अजिहियां कुड़ियां जो पंजाब तो आईयां सी, जिन्हां नूं असीं प्रोस्टिट्यूशन रैकेट तो बचाया, तो ये गिणती वधदी जा रही है। इस पक्ष वाल गौर करो ते इन्हां बेटियां नूं बचाउण दी कोशिश करो। सन 2013 मैं चौथी बार दस रही हाँ रिपोर्ट, हुण आपां 2022 ते भी आवांगे, 2021 दी भी दसांगे। हुण उन्हां ने की लिखिया कि क्यों ये हुंदियां ने। ये यूके दी पुलिस दी रिपोर्ट जिहड़ी अटैच कीती है उन्हां ने साडे पंजाबी वीरां ने जिहड़े इस पासे काम कर रहे ने इन्हां नूं बचाउण वाल, उन्हां ने वो रिपोर्ट अटैच जो कीती उस च लिखिया कि यूके दी पुलिस कह रही है कि ये कुड़ियां जो पहुंचदियां ने पंजाब तो बड़े आम घरां विचों हुंदियां ने, कुछ गरीबी दे उस मंजर चों निकलियां हुंदियां ने, जिहड़ियां सौखियां ही इस ट्रैप विच फस जांदियां ने, जो कि जिन्ने वड्डे पद्धर ते ट्रैवल एजेंट इलीगल लगे ने। हुण उन्हां ने मुख कारण दस्सिया इलीगल ट्रैवल एजेंट। इन्हां ने अपने, हुण शब्द जो उन्हां ने, मैं उही वरतांगी, अपने नहीं वरतदी, जिन्हां ने अपने गुंडे छड्डे हुए ने, जो इस काम वाल जुटे ने, जिहड़े वतनों पार भी उन्हां नाल अड़े ने, जो कि भारी जोर शोर नाल मुजाहरा करना शुरू कर दिंदे ने, चीकण लग जांदे ने, साडी कम्यूनिटी ते उंगल चक लई, साडा ये कर लिया, साडा नाम बदनाम हो गया। वो सब उस मोडस ऑपरेंडी दे विच हिस्से च हुंदे ने, ताकि ये इशू इत्थे ही दबिया जा सके। जिहड़ा भी इशू चकदा ओनूं धमकाया जावे, चुप कराया जावे किसी ही तरीके, ताकि वो इलीगल एजेंट जो ट्रैवल एजेंट ने अपना ये कारोबार जारी रखण, ताकि वो बाहर भी ते इत्थे भी जो उन्हां दे ग्रुप दे विच जुड़े हुए ने सरगना। हुण उन्हां ने कहा कि ये सारे एजेंट करदे की ने। यूके पुलिस लिखदी है कि इन्हां बेटियां नूं, जो उन्हां ने उन्हां तो पता कीता 600 तो वध कुड़ियां नूं, कि किवें स्टूडेंट वीज़ा बनाउणे ने, किवें तुसीं उत्थे एजुकेशन इंस्टीट्यूट दे विच एक बिजनेस दे विच शामिल होना, ते ये सारियां नूं फिर झूठे ये वादे कीते जांदे ने कि तुहानूं असीं उत्थे नौकरी लभ के देवांगे, तुहाडा पिछोकड़ ठीक हो जाएगा, तुहाडे गरीबी निकल जाएगी, उत्ते तां टाहणियां ते लगे पौंड तुसीं ऐं ला सकदे हो। तो जदों एक बार इत्थे पहुंच जांदियां ने, उन्हें अंदाजा भी नहीं हुंदा कि कितना महंगा इत्थे रहना है। कारण उन्होंने कहा है कि ये बिल्कुल हैल्पलैस हो जांदियां ने, ते सब तो पहली चीज जिहड़ी ये शिकार बनदियां ने वो सैक्सुअल एक्सप्लॉयटेशन दा ने।
ਤੋ ਇਹ ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਜਬਰੀ ਇਹਨਾਂ ਨੂੰ ਪ੍ਰੋਸਟੀਟਿਊਸ਼ਨ ਵੱਲ ਧੱਕ ਦਿੱਤਾ ਜਾਂਦਾ ਜੇ, ਜਿੱਥੋਂ ਇਹਨਾਂ ਲਈ ਨਿਕਲਣਾ ਲਗਭਗ ਨਾਮੁਮਕਿਨ ਹੋ ਜਾਂਦਾ ਜੇ, ਕਿਉਂਕਿ ਉਹ ਏਜੰਟ ਆਪਣੇ ਜਿਹੜੇ ਉਹਨਾਂ ਨੇ ਉਹਨਾਂ ਮੁਲਕਾਂ ਵਿੱਚ ਵੀ ਅੱਗੋਂ ਛੱਡੇ ਹੁੰਦੇ ਨੇ ਬੰਦੇ, ਉਹਨਾਂ ਰਾਹੀਂ ਫਿਰ ਇਹ ਪੂਰਾ ਜ਼ੋਰ ਸ਼ੋਰ ਨਾਲ ਦਬਾਅ ਪਾਉਂਦੇ ਨੇ ਉੱਥੋਂ ਦੀ ਕਮਿਊਨਿਟੀ ਵਿੱਚ ਵੀ, ਉੱਥੋਂ ਦੇ ਮੀਡੀਆ ਉੱਤੇ ਵੀ, ਕਿ ਗੱਲ ਨਾ ਕੱਢੀ ਜਾਵੇ, ਸਾਡੀ ਕਮਿਊਨਿਟੀ ਤੇ ਉਂਗਲ ਆਂਦੀ ਹੈ, ਝੂਠ ਹੈ, ਬਕਵਾਸ ਹੈ, ਕੁੜੀ ਹੀ ਖਰਾਬ ਸੀ, ਯਾਨੀ ਬਹੁਤ ਕੁਝ ਇਹ ਚੀਜ਼ਾਂ ਲਿਖੀਆਂ ਜਿਸ ਕਾਰਨ ਉਹਨਾਂ ਨੂੰ ਨਾ ਤਾਂ ਉੱਥੇ ਦੇ ਲੋਕਾਂ ਨੂੰ ਹੀ, ਨਾ ਮੀਡੀਆ ਰਾਹੀਂ ਤੇ ਨਾ ਹੀ ਕੁੜੀ ਦੇ ਮਾਪਿਆਂ ਨੂੰ ਇਸ ਪ੍ਰਤੀ ਕੁਝ ਗੱਲ ਕਰਨ ਲਈ ਉਕਸਾਉਂਦੇ ਨੇ ਕਿ ਚੁੱਪ ਹੋ ਜਾਓ। ਉਸੇ ਕਾਰਨ ਉਹਨਾਂ ਨੇ ਕਿਹਾ ਕਿ ਇਹ ਕੁੜੀਆਂ ਕਦੇ ਵੀ ਇਹਨਾਂ ਨੂੰ ਜੌਬ ਮਿਲਦੀ ਨਹੀਂ, ਜਿਸ ਡੈਸਪਰੇਟ ਹਾਲ ਵਿੱਚ ਉਹ ਧੱਕੀਆਂ ਜਾਂਦੀਆਂ ਨੇ, ਬੁਰੇ ਹਾਲ ਵਿੱਚ ਨੇ। ਉੱਥੇ ਰਜਿੰਦਰ ਸਿੰਘ ਪੁਰੇਵਾਲ ਨੇ, ਜੋ ਚੇਅਰਮੈਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਜਿਨ੍ਹਾਂ ਨੇ ਇਹ ਮੈਮੋਰੈਂਡਮ ਦਿੱਤਾ ਕਿ ਇੱਥੇ ਹੁਣ ਇਹਨਾਂ ਕੁੜੀਆਂ ਦੀ ਸਾਰ ਲਓ, ਇਹ ਬਸ ਹੋ ਚੁੱਕਾ, ਤੇ ਉਹ ਨੇ ਫਾਰਮਰ ਐਗਜ਼ੈਕਟਿਵ ਮੈਂਬਰ ਜਸਟਿਸ ਆਫ ਪੀਸ ਯੂਕੇ ਦੇ, ਜਿਨ੍ਹਾਂ ਨੇ ਇਸ ਚੀਜ਼ ਲਈ ਆਵਾਜ਼ ਚੁੱਕੀ। ਯਾਨੀ ਬਹੁਤ ਭਾਰੀ ਗਿਣਤੀ ਵਿੱਚ ਸਾਡੇ ਚੰਗੇ ਬੰਦੇ ਉੱਥੇ ਮੌਜੂਦ ਨੇ, ਜਿਹੜੇ ਇਸ ਤਰੀਕੇ ਦੀ ਉਹਨਾਂ ਨੂੰ ਫਾਈਨੈਂਸ਼ੀਅਲੀ ਹੈਲਪ ਵੀ ਕੀਤੀ, ਪੜ੍ਹਨ ਵਾਲੇ ਪਾਸੇ ਵੀ ਭੇਜਿਆ, ਉਹਨਾਂ ਨੂੰ ਅੱਗੋਂ ਨੌਕਰੀਆਂ ਵੀ ਲੱਭ ਕੇ ਦਿੱਤੀਆਂ। ਸੋ ਇਹ ਸਾਡੇ ਬਹੁਤ ਚੰਗੇ ਲੋਕ ਉੱਥੇ ਬੈਠੇ ਨੇ। ਜੇ ਇੱਕ ਪਾਸੇ ਮਾੜੇ ਏਜੰਟਾਂ ਦੇ ਉੱਥੇ ਛੱਡੇ ਹੋਏ ਲੋਕ ਨੇ, ਤਾਂ ਦੂਜੇ ਪਾਸੇ ਸਾਡੀ ਕਮਿਊਨਿਟੀ ਦੇ ਬਹੁਤ ਚੰਗੇ ਲੋਕ ਵੀ ਨੇ, ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੂੰ ਬਚਾਉਣ ਵਿੱਚ ਪੂਰਾ ਜ਼ੋਰ ਲਾ ਰਹੇ ਨੇ। ਉਹਦੇ ਵਿੱਚ ਹੁਣ ਯੂਕੇ ਹੋਮ ਡਿਪਾਰਟਮੈਂਟ ਅਫੀਸ਼ੀਅਲਸ ਨੇ ਇੱਕ ਹੋਰ ਚੀਜ਼ ਕਹੀ ਕਿ ਇਸ ਚੀਜ਼ ਲਈ ਜਿਹੜਾ ਹੁਣ ਸਾਡੇ ਇਹ ਕਮਿਊਨਿਟੀ ਲੀਡਰਸ ਦੀ, ਮੈਂ ਕਹਿੰਦੀ ਹਾਂ ਵੀ ਸ਼ਾਬਾਸ਼ ਹੀ ਹੈ ਉਹਨਾਂ ਦੇ, ਸਾਡੇ ਜੋ ਬੰਦੇ NRI ਵੀਰ ਭੈਣ ਉੱਥੇ ਬੈਠੇ ਨੇ, ਜਿਨ੍ਹਾਂ ਨੇ 60,000 ਪਾਉਂਡ ਲਾਏ ਇਹ ਸਾਰੇ ਇਹਨਾਂ ਬੇਟੀਆਂ ਨੂੰ ਵਾਪਸ ਵਸਾਉਣ ਲਈ, ਉਸ ਤੋਂ ਬਾਅਦ ਅਵੇਅਰਨੈਸ ਕਰਨ ਲਈ, ਇਹ ਚੀਜ਼ਾਂ ਨਾ ਕਰੋ। ਇਹ ਸਾਰਾ ਖਰਚਾ ਉਹਨਾਂ ਨੇ ਆਪ ਕੀਤਾ ਕਿ ਪੰਜਾਬ ਚੋਂ ਆਉਂਦੀਆਂ ਧੀਆਂ, ਖਾਸ ਤੌਰ ਤੇ ਉਹਨਾਂ ਨੇ ਕਿਹਾ ਸਿੱਖ ਬੇਟੀਆਂ, ਇਹ ਸ਼ਬਦ ਵਰਤਿਆ ਜੇ, ਕਿ ਉਹ ਹੁਣ ਕਿਉਂਕਿ ਉਹਨਾਂ ਨੇ ਕਿਹਾ ਬਹੁਤ ਭਾਰੀ ਗਿਣਤੀ ਚ ਵਾਪਸ ਪੰਜਾਬ ਜਾਣਾ ਚਾਹੁੰਦੀਆਂ ਨੇ, ਪਰ ਉਹ ਇਸ ਚੀਜ਼ ਤੋਂ ਡਰਦੀਆਂ ਨੇ ਕਿ ਸਾਡਾ ਇਹ ਨਾਮ ਨਾ ਖਰਾਬ ਹੋ ਜਾਏ, ਤੇ ਇਸ ਤਰ੍ਹਾਂ ਸਾਡੀ ਜੇ ਗੱਲ ਨਿਕਲ ਗਈ ਤਾਂ ਕੀ ਬਣੇਗਾ। ਅਸੀਂ ਵੀ ਕਾਫੀ ਵਾਰ ਆਪਣੀਆਂ ਬੇਟੀਆਂ ਦੀ ਪੱਤ ਬਚਾਉਣ ਲਈ ਇਹ ਕਾਫੀ ਕੁਝ ਲੁਕਾ ਕੇ ਰੱਖਦੇ ਹਾਂ ਕਿ ਇਹ ਗੱਲ ਸਾਹਮਣੇ ਨਾ ਆਵੇ, ਜਿੰਨੀ ਦਬਾਈ ਜਾ ਸਕੇ ਉਨਾ ਦਬਾਇਆ ਜਾਵੇ। ਪਰ ਉਸ ਤੋਂ ਬਾਅਦ ਜਦੋਂ 2021 ਵਿੱਚ BBC ਨੇ ਰਿਪੋਰਟ ਚੱਕੀ, ਹੁਣ ਉਹਦੇ ਵਿੱਚ ਖਾਸ ਉਹਨਾਂ ਨੇ ਕਿਹਾ ਜਿਸ ਤਰੀਕੇ ਉਹ ਦੇਖੋ ਪੱਤਰਕਾਰ ਉੱਥੇ BBC 'ਚ ਬੇਨਤੀ ਕਰਦੇ, ਮੈਂ ਸੱਚਮੁੱਚ ਉਹਨਾਂ ਦੀ ਬੇਨਤੀ ਹੈ, ਜਿਸ ਤਰੀਕੇ ਜੇ ਤੁਸੀਂ ਸੁਣੋਗੇ BBC ਦੀ ਰਿਪੋਰਟ 2021 ਦੀ ਜੀ, ਉਹਨਾਂ ਦੀ ਵੀ ਜੋ ਹੈਡਲਾਈਨ ਨਿਊਜ਼ ਦੀ ਸੀ ਉਹ ਇਹ ਸੀ, ਬ੍ਰਿਟਿਸ਼ ਸਿੱਖ ਗਰਲਸ ਐਕਸਪੋਜ਼ਡ ਟੂ ਸੈਕਸੁਅਲ ਗਰੂਮਿੰਗ। ਹੁਣ ਇਹ ਖਬਰ ਇਹ ਵੀ ਦਿਲ ਕੰਬਾਊ ਜੇ, ਹੁਣ 2021 ਵਿੱਚ ਛਪੀ ਇਹ ਨਿਊਜ਼ ਦੇ ਵਿੱਚ ਉਹਨਾਂ ਨੇ, BBC ਨੇ ਹੁਣੇ ਜਗਜ਼ਾਰ ਕੀਤਾ ਕਿ ਅਸੀਂ ਸਿਰਫ ਇਸ ਸ਼ਰਮ ਨੂੰ ਬਚਾਉਂਦੇ ਆ ਕਿ ਸਾਡੇ ਕਮਿਊਨਿਟੀ ਤੇ ਧੱਬਾ ਨਾ ਲੱਗ ਜਾਏ, ਅਸੀਂ ਇਹਨਾਂ ਬੇਟੀਆਂ ਨੂੰ ਹਵਨ ਦੇ ਵਿੱਚ ਦਾਹ ਕਰ ਰਹੇ ਆ। ਭਾਈ ਤੁਸੀਂ ਇਹਦੀ ਇਸ਼ੂ ਚੱਕੋ, ਇਹਨੂੰ ਇਸ ਤਰ੍ਹਾਂ ਨਾ ਕਰੋ ਕਿ ਤੁਸੀਂ ਸਾਡੀ ਕਮਿਊਨਿਟੀ ਤੇ ਧੱਬਾ ਜਾਂ ਫਲਾਣਾ ਟਮਕਾਣਾ ਛੱਡ ਕੇ ਤੁਸੀਂ ਕਿਰਪਾ ਕਰਕੇ ਨਾ ਬੇਟੀਆਂ ਦੀ ਪੱਤ ਬਚਾਓ, ਜਿਹੜੀਆਂ ਨੂੰ ਫੜਨ ਲਈ ਸ਼ਿਕਾਰੀ ਸ਼ਿਕੰਜੇ ਕੱਸੇ ਬੈਠੇ ਨੇ। ਇਹ ਭਾਰੀ ਗਿਣਤੀ ਵਿੱਚ ਬੇਟੀਆਂ ਹੁਣ ਉਹ ਕਹਿੰਦੇ ਕੀ ਨੇ, British Sikh girls are being preyed upon by men who subject them to sexual abuse. A BBC Inside Out investigation has unearthed this racket. ਹੁਣ ਇਹ ਉੱਥੋਂ ਦੀ BBC ਰਿਪੋਰਟ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਆ ਰਹੇ ਨੇ ਇੱਥੇ, ਜਿਹੜੀਆਂ ਕਿਸੇ ਹੋਰ ਤੇ ਫੇਸ ਕਰਕੇ ਏਜੰਟਾਂ ਰਾਹੀਂ ਇੱਥੇ ਮੰਗਵਾਈਆਂ ਜਾਂਦੀਆਂ ਨੇ, ਜਿਹੜੇ ਉਹਨਾਂ ਨੇ ਆਪਣੇ ਪਿੰਡਾਂ ਵਿੱਚ ਛੱਡੇ ਹੁੰਦੇ ਨੇ ਕਿ ਇਹ ਸੌਖੀਆਂ ਸ਼ਿਕਾਰ ਬਣ ਸਕਦੀਆਂ ਨੇ, ਗਰੀਬ ਘਰਾਂ ਤੋਂ ਨੇ, ਇਹਨਾਂ ਦਾ ਪਿਛੋਕੜ ਕੁਝ ਨਹੀਂ, ਕੋਈ ਆਵਾਜ਼ ਨਹੀਂ ਚੁੱਕੇਗਾ। ਉੱਥੇ ਇਹ ਰਿਪੋਰਟਰ ਕ੍ਰਿਸ ਰੋਜਰਸ ਨੇ, ਜਿਹਨੇ ਸਾਰਾ ਰਿਮੋਟ ਪਾਰਟ ਸਾਰੇ ਫਿਰ ਤੁਰ ਕੇ ਉਹਨੇ ਇੱਕ 16 ਸਾਲ ਦੀ ਬ੍ਰਿਟਿਸ਼ ਸਿੱਖ ਗਰਲ ਜਿਹੜੀ ਜਿਸ ਨੂੰ ਅਬਿਊਜ਼ ਕੀਤਾ ਗਿਆ ਬਾਏ ਸਮ ਮੁਸਲਿਮ ਮੈਨ ਓਵਰ ਅ ਪੀਰੀਅਡ ਆਫ ਟਾਈਮ, ਇਹ ਲਿਖਦੇ ਨੇ
ਉਸ ਤੋਂ ਬਾਅਦ ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਇਹ ਰਿਪੋਰਟ ਜਗਜ਼ਾਰ ਕੀਤੀ, ਜੋ ਕਿ ਲੰਡਨ, ਵੈਸਟ ਮਿਡਲੈਂਡਸ ਵਿੱਚ, ਈਸਟ ਮਿਡਲੈਂਡਸ ਵਿੱਚ, ਹੁਣ ਇਹ ਨੇਸ਼ਨ ਵਾਈਡ ਉਹਨਾਂ ਨੇ ਸਾਰੇ ਇਹਨੂੰ ਉਜਾਗਰ ਕੀਤਾ ਕਿ ਭਾਈ ਇਹ ਸਿੱਖ ਬੇਟੀਆਂ ਨੂੰ ਕੁਝ ਮੁਸਲਿਮ ਮੈਨ ਦੇ ਗਰੁੱਪ ਜਿਹੜੇ ਖਰਾਬ ਕਰ ਰਹੇ ਨੇ, ਉਧਰੋਂ ਉਸੇ ਤਰ੍ਹਾਂ ਕੁਝ ਮੁਸਲਮਾਨ ਬੜੇ ਨੇਕ ਵੀਰ ਭੈਣ ਵੀ ਨੇ ਜਿਹੜੇ ਆਪ ਅਗਾਂਹ ਆ ਕੇ ਇਹਨਾਂ ਨੂੰ ਬਚਾ ਵੀ ਰਹੇ ਨੇ। ਯਾਨੀ ਕਹਿਣ ਦਾ ਭਾਵ, ਜੇ ਕੁਝ ਖਰਾਬ ਲੋਕ ਨੇ ਸਾਡੇ ਹੀ ਇੱਥੋਂ ਪੰਜਾਬ ਦੇ ਹੀ ਜਿਹੜੇ ਤਰੀਕੇ ਦਾ ਕੰਮ ਕਰ ਰਹੇ ਨੇ, ਤਾਂ ਦੂਜੇ ਪਾਸੇ ਜਿਹੜੇ ਸ਼ਿਕਾਰੀ ਬੈਠੇ ਨੇ ਸ਼ਿਕੰਜਾ ਕੱਸੇ ਇਹਨਾਂ ਬੇਟੀਆਂ ਨੂੰ ਮਾਰਨ ਲਈ, ਇਹਨਾਂ ਨੂੰ ਕੱਸਣ ਲਈ ਜਾਂ ਧੰਦਿਆਂ ਵੱਲ ਧੱਕਣ ਲਈ, ਮਾਨਸਿਕ ਪੱਖੋਂ ਖਤਮ ਕਰਨ ਲਈ, ਉੱਥੇ ਹੀ ਭਾਵੇਂ ਉਹ ਮੁਸਲਮਾਨ ਕਮਿਊਨਿਟੀ ਹੈ, ਭਾਵੇਂ ਸਿੱਖ ਕਮਿਊਨਿਟੀ ਹੈ, ਭਾਵੇਂ ਹਿੰਦੂ ਕਮਿਊਨਿਟੀ ਹੈ, ਉਹਨਾਂ ਵਿੱਚੋਂ ਮੋਤਬਰ ਲੋਕ ਨਿਕਲੇ ਵੀ ਨੇ ਇਹਨਾਂ ਦੇ ਹੱਕਾਂ ਵਿੱਚ ਕਿ ਭਾਈ ਇਹਨਾਂ ਨੂੰ ਬਚਾਉਣਾ ਜੇ। ਇੰਨਾ ਖਰਚਾ ਕਰਨਾ ਉਹਨਾਂ ਮੁਲਕਾਂ ਵਿੱਚ ਆਪਣੇ ਹੱਕ ਦੀ ਕਮਾਈ 'ਚ ਮਾਇਨੇ ਰੱਖਦਾ ਜੇ। 60,000 ਕੋਈ ਛੋਟਾ ਅਮਾਉਂਟ ਨਹੀਂ ਜੇ, ਜਿਹੜਾ ਇਹਨਾਂ ਬੇਟੀਆਂ ਨੂੰ ਵਾਪਸ ਬਚਾਉਣਾ। ਤੇ ਫਿਰ ਅਵੇਅਰਨੈਸ ਕੈਂਪੇਨ ਵੀ ਜਾਰੀ ਕਰਨਾ ਹਰ ਗੁਰਦੁਆਰਿਆਂ ਦੇ ਵਿੱਚ ਇਸ ਵੇਲੇ ਲਗਾਤਾਰ ਇਸ ਪ੍ਰਤੀ ਵੀ ਉਹ ਦੱਸਦੇ ਨੇ। ਮੇਰੀ ਕੱਲ ਹੀ ਗੱਲ ਹੋਈ ਯੂਕੇ ਦੇ ਬੜੇ ਨਾਮਵਰ ਜੋ ਗੁਰਦੁਆਰਾ ਸਾਹਿਬਾਨ ਵਿੱਚ ਕੰਮ ਕਰ ਰਹੇ ਨੇ, ਅਹੁਦੇਦਾਰ ਨੇ, ਉਹਨਾਂ ਨੇ, ਮੈਂ ਨਾਮ ਨਹੀਂ ਉਹਨਾਂ ਦਾ ਲੈਣਾ ਚਾਹੁੰਦੀ ਇੱਥੇ, ਉਹਨਾਂ ਨਾਲ ਕਾਫੀ ਡਿਟੇਲ 'ਚ ਗੱਲ ਹੋਈ, ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ ਕਾਫੀ ਬੇਟੀਆਂ ਇਸ ਤਰੀਕੇ ਦੀਆਂ ਨੂੰ ਗੁਰਦੁਆਰਿਆਂ 'ਚ ਸ਼ਰਨ ਵੀ ਦਿੱਤੀ, ਉੱਥੇ ਉਹ ਰੋਟੀ ਵਗੈਰਾ ਉਹਨਾਂ ਨੂੰ ਖਾਣ ਨੂੰ ਦਿੱਤੀ ਜਾਂਦੀ ਰਹੀ, ਉਹਨਾਂ ਨੂੰ ਯਾਨੀ ਸੰਭਾਲਿਆ ਗਿਆ ਉਹਨਾਂ ਬੇਟੀਆਂ। ਤਾਂ ਇਸੇ ਤਰੀਕੇ ਹੁਣ ਇਹ ਰਿਪੋਰਟ ਜੋ 2022 ਦੀ, ਜਿਸ ਤਰੀਕੇ ਜੇ ਉਹਨਾਂ ਨੇ ਵੀ ਇਹੋ ਕਿਹਾ ਕਿ ਭਾਈ ਬੇਟੀਆਂ ਧੱਕੀ ਤਾਂ ਜਾਂਦੇ ਹੋ, ਤੁਸੀਂ ਕੁਛ ਪੁੱਛਦੇ ਨਹੀਂ ਕਿੱਥੇ ਰਹਿਣਾ, ਸਿਰਫ ਇਸੇ ਕਾਰਨ ਕਿ ਤੁਸੀਂ ਉੱਥੇ ਜਾ ਕੇ ਪੌਂਡ ਲਾ ਕੇ ਲੈ ਆਣੇ ਆ, ਜਾਂ ਤੁਸੀਂ ਅਮਰੀਕਾ ਜਾਂ ਕੈਨੇਡਾ ਜਿੱਥੇ ਵੀ ਡਾਲਰਾਂ ਲਾ ਕੇ ਸੋਚਦੇ ਹੋ, ਜਾਂ ਆਸਟ੍ਰੇਲੀਆ ਦੀਆਂ ਕੋਈ ਥਾਂ ਤਾਂ ਹੈ ਹੀ ਨਹੀਂ ਜਿੱਥੋਂ ਦੀਆਂ ਖਬਰਾਂ ਨਹੀਂ ਲੀਕ ਹੋਈਆਂ। ਆਸਟ੍ਰੇਲੀਆ ਦੀ ਹੁਣ ਖਬਰ ਅਜੀਤ ਅਖਬਾਰ ਦੇ ਵਿੱਚ ਮੁੱਖ ਪੰਨੇ ਤੇ ਛਪੀ ਸੀ ਕਿ ਉੱਥੇ ਉਹਨਾਂ ਨੇ ਉੱਥੋਂ ਵੀ ਕਿਹਾ ਕਿ ਇੱਥੇ ਜਿਹੜੇ ਬ੍ਰੋਥਲਸ ਨਵੇਂ ਖੁੱਲ ਰਹੇ ਨੇ, ਉੱਥੇ ਬਾਹਰੋਂ ਆਈਆਂ ਬੇਟੀਆਂ ਜਿਹੜੀਆਂ ਸਟੂਡੈਂਟਸ, ਉਹਨਾਂ ਨੂੰ ਸ਼ਿਕਾਰ ਬਣਾ ਕੇ ਉੱਥੇ ਭੇਜਿਆ ਜਾ ਰਿਹਾ ਹੈ। ਭਾਈ ਇਹ ਬਚਾ ਲਓ ਆਪਣੀਆਂ ਧੀਆਂ ਨੂੰ। ਇਸ ਤਰੀਕੇ ਦੀ ਜਦੋਂ ਗੱਲ ਚੁੱਕੀ ਜਾਂਦੀ ਹੈ ਨਾ ਕਿ ਫਲਾਣੇ ਮੁਲਕ ਦੇ ਵਿੱਚ ਇਸ ਤਰੀਕੇ ਇਹ ਬੇਟੀਆਂ ਸ਼ਿਕਾਰ ਹੋ ਰਹੀਆਂ, ਤੇ ਰੌਲਾ ਰੱਪਾ ਨਹੀਂ ਜੀ ਸਾਰੀਆਂ ਕੁੜੀਆਂ ਤੇ ਇਲਜ਼ਾਮ ਲਾਤਾ ਜੀ ਸਾਰੀਆਂ ਇਦਾਂ ਦੀਆਂ ਨੇ, ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਕਿਸੇ ਨੇ, ਸਾਰੀਆਂ ਇਹੋ ਜਿਹੀਆਂ। ਸਾਡੀਆਂ ਵੱਡੀ ਗਿਣਤੀ ਬੇਟੀਆਂ ਬਹੁਤ ਵਧੀਆ ਕਰ ਰਹੀਆਂ। ਗੱਲ ਸਿਰਫ ਇਹ ਹੈ ਕਿ ਜੇ ਭਾਵੇਂ ਇੱਕ ਵੀ ਸਾਡੀ ਧੀ ਖਰਾਬ ਹੋ ਰਹੀ ਹੈ, ਉਹਦੇ ਵਿੱਚ ਇਹ ਕਿੰਤੂ ਪਰੰਤੂ ਖੜਾ ਕਰਨਾ, ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ, ਏਜੰਟਾਂ ਦਾ ਬੜਾ ਤਗੜਾ ਗਰੁੱਪ ਜੇ, ਜਿਨ੍ਹਾਂ ਦੇ ਆਪਣੇ ਉਸ ਤਾਣੇ ਬਾਣੇ ਵਿੱਚ ਉਹਨਾਂ ਨੇ ਲੋਕ ਹਰ ਮੁਲਕਾਂ 'ਚ ਰੱਖੇ ਨੇ, ਜਿਹੜੇ ਸਿਰਫ ਇੱਕ ਵਿਰੋਧ ਹੀ ਕਰਨਾ ਜਾਣਦੇ ਨੇ। ਨਹੀਂ ਜੀ ਨਹੀਂ, ਇਹੋ ਜਿਹਾ ਕੁਛ ਹੈ ਹੀ ਨਹੀਂ, ਸਾਨੂੰ ਬਦਨਾਮ ਕਰਨ ਲਈ ਹੈ, ਫਲਾਣਾ ਹੈ, ਟਮਕਾਣਾ। ਇਸੇ ਲਈ ਯੂਕੇ ਪੁਲਿਸ ਨੇ ਕਿਹਾ ਕਿ ਭਾਈ ਬਚੋ ਇਹਨਾਂ ਲੋਕਾਂ ਤੋਂ ਜੋ ਇਹਨਾਂ ਖਬਰਾਂ ਨੂੰ ਨਕਾਰਦੇ ਨੇ। ਅਸੀਂ ਇਹ ਤੱਥ ਦੇ ਰਹੇ ਹਾਂ ਤੁਹਾਨੂੰ, ਸਾਡੇ ਆਪਣੇ ਮੁਲਕ ਵਿੱਚੋਂ ਇਸ ਤਰੀਕੇ ਇਹ ਕੁੜੀਆਂ ਜੋ ਖਰਾਬ ਕੀਤੀਆਂ ਜਾ ਰਹੀਆਂ ਨੇ, ਉਹ 600 ਦੀ ਤੋਂ ਵੱਧ ਤਾਂ ਉਹ ਕਹਿ ਰਹੇ ਨੇ। ਤੇ ਹਜੇ ਉਹਨਾਂ ਦੀ ਜਿਹੜੀ ਅਗਲੀ ਮੈਂ 2022 ਦੀ ਰਿਪੋਰਟ ਤੁਹਾਨੂੰ ਦੱਸਾਂਗੀ, ਜੋ ਕਿ ਗਾਰਡੀਅਨ ਦੇ ਵਿੱਚ ਛਪੀ ਜੇ, ਉਹ ਇਸ ਤੋਂ ਵੀ ਵੱਧ ਦਿਲ ਕੰਬਾਊ ਹੈ। ਹੁਣ 2022 ਦੀ ਰਿਪੋਰਟ ਸਿਰਫ ਇਸ ਕਾਰਨ ਕਿ ਇਹ ਗੱਲਾਂ ਨੂੰ ਅਸੀਂ ਇਹਦੇ ਕਿਵੇਂ ਬਚਾਈਏ, ਕਿਵੇਂ ਅਵੇਅਰਨੈਸ ਦਈਏ ਕਿ ਬੇਟੀਆਂ ਜ਼ਰੂਰ ਭੇਜੋ, ਕੋਈ ਨਹੀਂ ਰੋਕ ਲਾ ਰਿਹਾ, ਪੜ੍ਹਾ ਲਿਖਾ ਕੇ ਆਪਣੇ ਪੈਰਾਂ ਤੇ ਖੜੀਆਂ ਕਰਕੇ ਭੇਜੋ, ਜਿੱਥੇ ਉਹ ਵਧੀਆ ਕਮਾਈ ਕਰਨ ਯੋਗ ਹੋਣ। ਉਹਨਾਂ ਦਾ ਪਹਿਲਾਂ ਆਪਣਾ ਰਹਿਣ ਸਹਿਣ ਕਿਸ ਤਰੀਕੇ ਕਰਨਾ ਉਹਨਾਂ ਨੂੰ ਸਮਝ ਹੋਵੇ, ਆਨਲਾਈਨ ਹੈ ਤਾਂ ਕਿਵੇਂ ਕਰਨਾ ਹੈ, ਉੱਥੇ ਜਾ ਕੇ ਕੋਈ ਪਹਿਲਾਂ ਤੁਹਾਡਾ ਵਾਕਫ ਹੈ ਜਾਂ ਨਹੀਂ, ਨਿਰੇ ਏਜੰਟਾਂ ਦੇ ਸਿਰ ਤੇ ਇਸ ਤਰੀਕੇ ਖਰਾਬ ਨਾ ਹੋਵੋ। ਇਹ ਬਹੁਤ ਕਲੀਅਰ ਗੱਲ ਇਹਨਾਂ ਨੇ ਸਪਸ਼ਟ ਰੂਪ ਵਿੱਚ ਕਹਿ ਦਿੱਤੀ ਹੈ। ਹੁਣ ਇਹਦੇ ਵਿੱਚ ਜੋ ਇਹ ਇੱਕ ਹੋਰ ਵਾਕਈ ਵੀ ਹੁਣ ਅਸੀਂ ਗੱਲ ਕਰ ਰਹੇ ਹਾਂ ਜੋ ਇੱਥੋਂ ਜਾਂਦੀਆਂ ਨੇ, ਮੈਂ ਇਸੇ ਲਈ ਨਾਲੋਂ ਨਾਲ ਰਿਪੋਰਟਸ ਕਹਿ ਰਹੀ ਹਾਂ ਕਿ ਇਹ ਵੀ ਪੜ੍ਹ ਲਓ ਤਾਂ ਕਿ ਜਿਨ੍ਹਾਂ ਦੀਆਂ ਧੀਆਂ ਬਚ ਸਕਦੀਆਂ ਨੇ ਉਹ ਬਚਣ। ਉਹ ਇਹਨਾਂ ਏਜੰਟਾਂ ਦੇ ਛੱਡੇ ਲੋਕਾਂ 'ਚ ਨਹੀਂ ਜੀ ਕੁਛ ਨਹੀਂ ਹੈ ਜੀ, ਬਦਨਾਮ ਹੈ ਜੀ, ਉਹਨਾਂ ਤੋਂ ਬਚੋ। ਉਹ ਲੋਕ ਨੇ ਤੁਹਾਨੂੰ ਸ਼ਿਕਾਰ ਬਣਾਉਣ ਵਾਲੇ, ਉਹਨਾਂ ਤੋਂ ਬਚ ਕੇ, ਕਿਉਂਕਿ ਉਹਨਾਂ ਨੇ ਕਿਹਾ ਹੀ ਇਹ ਹੈ ਕਿ ਭਾਈ ਇਹਦੇ ਤੇ ਅਵੇਅਰਨੈਸ ਕਰੋ, ਅਵੇਅਰਨੈਸ। ਤੇ ਹੁਣ ਜਿੰਨੀ ਤੁਸੀਂ ਸਾਂਝਾ ਟੀਵੀ ਨੂੰ ਮੈਂ ਫਿਰ ਸਲੂਟ ਕਰਦੀ ਹਾਂ, ਤੁਸੀਂ ਇੱਕ ਵਾਰ ਨਹੀਂ ਅਨੇਕ ਵਾਰ ਇੰਨੇ ਕੁ ਸਖਤ ਟੌਪਿਕ ਜਿਹੜੇ ਤੁਸੀਂ ਚੁੱਕਣ ਦੀ ਹਿੰਮਤ ਰੱਖਦੇ ਹੋ, ਲੈ ਆਉਂਦੇ ਹੋ, ਉਹਦੇ ਵਿੱਚੋਂ ਜੇ ਸਾਨੂੰ ਹੈਗਾ ਕਿ 2% ਵੀ ਲੋਕ ਸਾਡੇ ਨਾਲ ਜੁੜ ਕੇ ਇਹੋ ਜਿਹੀਆਂ ਬੇਟੀਆਂ ਨੂੰ ਬਚਾ ਸਕਣ,
ਸਾਡਾ ਮਕਸਦ ਇਹੋ ਹੈ ਕਿ ਸਾਡੀ ਇੱਕ ਵੀ ਧੀ ਖਰਾਬ ਨਾ ਹੋਵੇ, ਸਾਰੇ ਵਧੀਆ ਤਰੀਕੇ ਹੋਰਨਾਂ ਮੁਲਕਾਂ ਵਿੱਚ ਪਨਪ ਸਕਣ, ਕਿਉਂਕਿ ਇਹਨਾਂ ਨੂੰ ਖਰਾਬ ਕਰਨ ਵਾਲੇ ਵੀ ਸਾਡੇ ਹੀ ਲੋਕ ਨੇ। ਇਸ ਕਾਰਨ ਮੈਂ ਵਾਰ-ਵਾਰ ਕਹਿ ਰਹੀ ਹਾਂ ਕਿ ਇਹਨਾਂ ਤੋਂ ਬਚਣ ਦੀ ਲੋੜ ਹੈ, ਕਿਉਂਕਿ ਇਹ ਸਾਡੇ ਹੀ ਨੇ ਸ਼ਿਕੰਜੇ ਚ ਕੱਸ ਰਹੇ ਤੇ ਉਹੀ ਨੇ ਚੀਕਾਂ ਮਾਰਦੇ, ਨਹੀਂ ਜੀ ਨਹੀਂ ਇਹੋ ਜਿਹਾ ਕੁਝ ਨਹੀਂ ਹੈ, ਬਦਨਾਮ ਕਰਦੇ ਨੇ। ਹੁਣ ਸੁਣੋ ਅਬਜ਼ਰਵਰ ਕੀ ਇਹ 2022 ਦੀ ਰਿਪੋਰਟ ਜੇ ਲਿਖਿਆ, ਡੋਮੈਸਟਿਕ ਐਂਡ ਸੈਕਸੁਅਲ ਅਬਿਊਜ਼ ਆਫ ਸਾਇਲੈਂਸਡ ਸਿੱਖ ਵੂਮਨ ਰਿਵੀਲਡ। ਹੁਣ ਇਹਦੇ ਵਿੱਚ ਲਿਖਿਆ, first ever report shows 70% of respondents have suffered at the hands of a partner or members of their extended family। ਹੁਣ ਇਹ ਖਬਰਾਂ ਜੇ ਮੈਂ ਤੇ ਉੱਥੇ ਨਹੀਂ ਜਾ ਕੇ ਹਰ ਘਰ ਵਿੱਚ ਝਾਤ ਮਾਰੀ ਕਿ ਉਹਨਾਂ ਨੇ ਕੋਈ ਕੱਢਿਆ ਸੀ। ਹੁਣ ਉਹਦੇ ਚ ਬੜੀਆਂ ਅਹਿਮ ਗੱਲਾਂ, ਅਹਿਮ ਨੁਕਤੇ ਵੀ ਨੇ ਤੇ ਕਿਸ ਤਰੀਕੇ ਇਹ ਬੇਟੀਆਂ ਸ਼ਿਕਾਰ ਬਣ ਗਈਆਂ ਨੇ, ਕਿਵੇਂ ਬਚਾਇਆ ਜਾਵੇ, ਕੀ ਕਾਰਨ ਨੇ। ਹੁਣ ਉਹਨਾਂ ਤੇ ਜ਼ਰਾ ਧਿਆਨ ਕਰੋ। ਜੋ ਮੈਂ ਗੱਲ ਲਗਾਤਾਰ ਕਰ ਰਹੀ ਹਾਂ ਨਾ ਕਿ ਸਾਡੇ ਹੀ ਲੋਕ ਨੇ ਚੁੱਪ ਕਰਾਉਣ ਵਾਲੇ, ਜੋ ਕੋਈ ਚੱਕਦਾ ਉਹਨੂੰ ਚੁੱਪ ਕਰਾਓ, ਉਹਦੇ ਖਿਲਾਫ ਇੱਕ ਜਿਹਾਦ ਛੇੜ ਦਿਓ, ਉਹਨੂੰ ਮਾਰਨ ਮਰਾਉਣ ਦੀਆਂ ਧਮਕੀਆਂ ਦਿਓ, ਉਹਨੂੰ ਬਦਨਾਮ ਕਰੋ। ਯਾਨੀ ਇਹ ਜੋ ਸਿਸਟਮ ਹੈ ਉਹਦੇ ਵਿੱਚ ਟਿਕਦਾ ਹੈ। ਹੁਣ ਹੈਡਲਾਈਨ ਸੁਣਿਓ ਜਰਾ, ਇਹ ਇੰਟਰਨੈਸ਼ਨਲ ਰਿਪੋਰਟ ਜੇ, ਟੌਕਸਿਕ ਕਲਚਰਲ ਪ੍ਰੈਕਟਿਸਿਸ and a lack of culturally sensitive services. This is the regime of the day, and many women who are victims of domestic and sexual abuse in Sikh community are suffering in silence, and this is the first comprehensive report into the issue. ਹੁਣ ਇਹ ਖੋਜ ਦੇ ਉੱਤੇ ਆਧਾਰਿਤ ਜੇ ਕਿ ਸਾਡੇ ਹੀ ਬੰਦੇ ਨੇ, ਇਹਨਾਂ ਨੇ ਕਲਚਰਲੀ ਸੈਂਸਿਟਿਵ ਸਰਵਿਸਿਜ਼ ਹੈ ਹੀ ਨਹੀਂ, ਇਹ ਸਿਰਫ ਰੌਲਾ ਪਾ ਕੇ ਚੁੱਪ ਕਰਾਉਣ ਲਈ ਨੇ। ਇਹ ਸਾਡੇ ਮੂੰਹ ਤੇ ਚਪੇੜ ਜੇ ਕਹਿਣਾ ਵੀ ਤੁਸੀਂ ਜੇ ਇਹਦੇ ਬਾਰੇ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਘੱਟੋ ਘੱਟ ਆਵਾਜ਼ ਨਾ ਦੱਬੋ। ਹੁਣ ਉਹ ਕੀ ਲਿਖਦੇ ਨੇ, ਹੁਣ ਨਾਲੋਂ ਨਾਲ ਸਾਡੇ ਹੀ ਬੰਦਿਆਂ ਦੀ ਤਾਰੀਫ ਵੀ ਜੇ। ਸਿੱਖ ਵੂਮਨ ਏਡ ਜੇ ਉੱਥੇ SWA, ਜਿਹੜੀ UK ਦੀ ਫਰੰਟ ਲਾਈਨ ਸਰਵਿਸ ਫॉर ਸਿੱਖ ਵੂਮਨ ਹੈ। ਹੁਣ ਇਹ ਕੀ ਗੱਲਾਂ ਕਰਦੇ ਨੇ, ਇਹਨਾਂ ਨੇ ਜਿਸ ਤਰੀਕੇ ਦੀ ਉਹਨਾਂ ਨੇ ਰਿਪੋਰਟ ਜਾਗਜ਼ਾਰ ਕੀਤੀ, ਇਹ ਸਾਡੇ ਹੀ ਉੱਥੇ ਦੀ ਬਣੀ ਹੋਈ, ਜਿਨ੍ਹਾਂ ਨੇ ਇਸ ਖਬਰ ਦੇ ਨਾਲ ਚੰਗੀ ਤਰੀਕੇ ਅਗਾਂਹ ਵੱਧ ਕੇ ਇਹਨਾਂ ਬੇਟੀਆਂ ਦੀ ਮਦਦ ਕਰਨ ਲਈ ਬਹੁਤ ਇੱਕ ਯਾਨੀ ਬਹੁਤ ਵਧੀਆ ਕੰਮ ਜਿਹਨੂੰ ਕਹਿ ਸਕਦੇ ਉਹਨਾਂ ਨੇ ਸ਼ੁਰੂ ਕੀਤਾ ਤਾਂ ਕਿ ਸਾਡੀਆਂ ਬੇਟੀਆਂ ਖਰਾਬ ਨਾ ਹੋਣ। ਹੁਣ ਉਹਦੇ ਵਿੱਚ ਬਹੁਤ ਕਲੀਅਰ ਕੀ ਲਿਖਿਆ ਜੇ ਕਿ ਜਿਹੜੀ ਇਹ ਸਿੱਖ ਵੂਮਨ ਏਡ ਹੈ, ਕਿਉਂਕਿ ਸਾਡਾ ਮਕਸਦ ਜੇ ਇੱਕ ਪਾਸੇ ਏਜੰਟਾਂ ਜਾਂ ਉਹਨਾਂ ਦੇ ਜੋ ਇਹ ਅੱਗੋਂ ਕਮਿਸ਼ਨ ਦੇ ਕੇ ਜਿਹੜੇ ਵੱਖਰੇ ਮੁਲਕਾਂ 'ਚ ਏਜੰਟ ਬਣਾਏ ਨੇ, ਰੌਲਾ ਪਾਉਣ ਵਾਲੇ ਨੇ ਜਾਂ ਸ਼ਿਕਾਰ ਬਣਾਉਣ ਵਾਲੇ, ਤਾਂ ਦੂਜੇ ਪਾਸੇ ਸਾਡਾ ਫਰਜ਼ ਹੈ ਜਿਹੜੇ ਇਹਨਾਂ ਨੂੰ ਬਚਾਉਣ ਲਈ ਜੁਟੇ ਨੇ ਉਹਨਾਂ ਦੀ ਵੀ ਵਾਹਵਾਹੀ ਕੀਤੀ ਜਾਏ, ਸ਼ਾਬਾਸ਼ੀ ਦਿੱਤੀ ਜਾਏ, ਕਿਉਂਕਿ ਉਹ ਵੀ ਸਾਡੇ ਹੀ ਲੋਕ ਨੇ। ਹੁਣ ਉਹਨਾਂ ਨੇ ਕੀ ਕਿਹਾ ਕਿ ਯੂਨਾਈਟਿਡ ਨੇਸ਼ਨਸ ਵੂਮਨ ਐਨੂਅਲ ਜਿਹੜੀ 16 days of activism against gender based violence ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜੋ ਬਹੁਤ ਹੈਰੋਇੰਗ ਪਿਕਚਰ ਆਫ ਪ੍ਰੈਵਲੈਂਸ ਐਂਡ ਇਫੈਕਟ ਆਫ ਡੋਮੈਸਟਿਕ ਅਬਿਊਜ਼ ਐਂਡ ਚਾਈਲਡ ਸੈਕਸ ਅਬਿਊਜ਼ ਇਨ ਸਿੱਖ ਕਮਿਊਨਿਟੀ, ਇਹ ਅਸੀਂ ਰਿਵੀਲ ਕਰ ਰਹੇ ਹਾਂ। ਯਾਨੀ ਉਹਨਾਂ ਨੇ ਇਹ ਸਾਰਾ ਜਗਜ਼ਾਰ ਇੰਟਰਨੈਸ਼ਨਲ ਪੱਧਰ ਤੇ ਕਰ ਦਿੱਤਾ ਕਿ ਸਿੱਖ, ਹੁਣ ਮੈਂ ਅੱਗੋਂ ਦੱਸਦੀ ਹਾਂ ਕਿਉਂ ਮੈਂ ਵਾਰ-ਵਾਰ ਸਿੱਖ ਦਾ ਨਾਂ ਲੈ ਰਹੀ ਹਾਂ, ਤੇ ਉਹਨਾਂ ਨੇ ਸਪਸ਼ਟ ਕਿਹਾ ਕਿ ਨਹੀਂ ਹੈ ਕਿ ਇਕੱਲੇ ਸਿੱਖਾਂ 'ਚ ਨੇ। ਇਹ ਲਾਈਨ ਕਲੀਅਰ, ਇਹ ਖਬਰ ਤੁਸੀਂ ਪੜ੍ਹ ਸਕਦੇ ਹੋ, ਕਲੀਅਰ ਲਿਖੀ ਹੈ ਇਹਦੇ ਵਿੱਚ, ਜੋ ਕਿ ਹੁਣ ਤਾਂ ਖੈਰ UN ਦੇ ਵਿੱਚ ਵੀ ਫਰੰਟ ਲਾਈਨ ਸਰਵਿਸ ਵਿੱਚ ਰਿਵੀਲ ਕਰ ਦਿੱਤੀ ਗਈ। ਇਹ ਹਰ ਕਮਿਊਨਿਟੀ 'ਚ ਲਾਈਨ ਲਿਖੀ ਹੈ ਉਹਨਾਂ ਨੇ, ਕਿਸੇ ਵੀ ਅਜਿਹੀ ਚੀਜ਼ ਨਹੀਂ ਜਿਹੜੀ ਕਮਿਊਨਿਟੀ 'ਚ ਨਾ ਦੇਖੀ ਗਈ ਹੋਏ। ਇਸ ਕਾਰਨ ਸਿੱਖ ਦਾ ਲਫ਼ਜ਼ ਵਰਤਿਆ ਗਿਆ ਕਿਉਂਕਿ ਇਸ ਧਰਮ ਦੇ ਵਿੱਚ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਜਾ ਰਿਹਾ ਤੇ ਬੜੀ ਜ਼ੋਰ ਸ਼ੋਰ ਨਾਲ ਇੰਟਰਨੈਸ਼ਨਲ ਪੱਧਰ ਤੇ ਆਵਾਜ਼ ਚੱਕੀ ਜਾਂਦੀ ਹੈ ਕਿ ਸਿੱਖ ਧਰਮ ਵਿੱਚ ਔਰਤਾਂ ਤੇ ਮਰਦ ਬਰਾਬਰ ਦੇ ਇੱਕ ਗਿਣੇ ਜਾਂਦੇ ਜੀ। ਸੋ ਉਹਨਾਂ ਨੇ ਕਿਹਾ ਸਿਰਫ ਇਸੇ ਕਾਰਨ ਇਹ ਇਸ਼ੂ ਚੱਕਿਆ ਜਾ ਰਿਹਾ ਕਿ ਹੋਰਨਾਂ ਧਰਮਾਂ ਵਿੱਚ ਤਾਂ ਦਬਾਇਆ ਜਾ ਹੀ ਰਿਹਾ। ਉਹਨਾਂ ਨੇ ਲਿਖਿਆ ਹੋਲ ਆਫ ਦੀ ਏਸ਼ੀਅਨ ਕਮਿਊਨਿਟੀ, ਜਿਸ 'ਚ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਾਰੇ ਸ਼ਾਮਲ ਨੇ, ਜਿਹੜੇ ਇਹ ਕਰ ਰਹੇ ਨੇ ਡੋਮੈਸਟਿਕ ਵਾਇਲੈਂਸ ਸਾਰਿਆਂ ਥਾਵਾਂ ਤੇ ਇੱਕੋ ਜਿੰਨੀ ਹੈ। ਚਾਈਲਡ ਅਬਿਊਜ਼ ਵੀ ਹੈ, ਕਲੀਅਰ ਕੱਟ ਲਿਖਿਆ ਕਿ ਉਹਨਾਂ ਵਿੱਚ ਇਹਨਾਂ ਤੇ ਵਾਇਲੈਂਸ ਵੀ ਤਗੜੇ ਤਰੀਕੇ ਹੋ ਰਹੀ ਹੈ। ਹੁਣ ਇਹਦੇ ਵਿੱਚ ਉਹਨਾਂ ਨੇ ਲਿਖਿਆ 4 ਮਹੀਨੇ ਉਹਨਾਂ ਨੇ ਇਸ ਚੀਜ਼ ਤੇ ਰਿਸਰਚ ਕੀਤੀ ਸੀ ਆਨਲਾਈਨ,
ਜਿਸ ਵਿੱਚ ਉਹ ਅਨੋਨਿਮਸ ਸਰਵੇਜ਼ ਅਕ੍ਰੋਸ ਦੀ ਕਮਿਊਨਿਟੀ ਜਿਹੜੀ ਸਾਰੀ ਯੂਕੇ 'ਚ ਰਹਿ ਰਹੀ ਸੀ ਉਹਨਾਂ ਉੱਤੇ ਕੀਤੀਆਂ ਗਈਆਂ। 700 ਉਹਨਾਂ ਚੋਂ ਰਿਸਪੌਂਡ ਕੀਤੇ, ਜਿਹੜੇ ਉਹਨਾਂ ਚੋਂ 70% ਉਹਨਾਂ ਨੇ ਕਿਹਾ ਕਿ ਸਾਨੂੰ ਸਾਡੇ ਨਾਲ ਡੋਮੈਸਟਿਕ ਵਾਇਲੈਂਸ ਹੋਈ ਹੈ ਤੇ ਸਾਡੇ ਆਪਣੇ ਹੀ ਕਿਸੇ ਨੇ, ਜੋ ਘਰ ਦੇ ਰਿਸ਼ਤੇਦਾਰ ਨੇ, ਸਾਡੇ ਨਾਲ ਸੈਕਸੁਅਲ ਅਬਿਊਜ਼ ਕੀਤਾ। ਹੁਣ ਇਹਨਾਂ ਵਿੱਚੋਂ 1/3 ਨੇ ਜਿਹੜੇ ਕਹਿੰਦੇ ਨੇ ਕਿ ਉਹਨਾਂ ਨੇ ਆਪ ਜਦੋਂ ਬੱਚੇ ਸਨ ਦੇ ਹੈਵ ਐਕਸਪੀਰੀਐਂਸਡ ਸੈਕਸੁਅਲ ਅਬਿਊਜ਼, ਤੇ ਉਹ ਇੱਕ ਵਾਰ ਨਹੀਂ। ਤੇ ਇੱਕ ਕੇਸ ਹੈ ਜਿਸ ਵਿੱਚ 7 ਜਣਿਆਂ ਨੇ ਘਰਦਿਆਂ ਨੇ ਉਹਦੇ ਨਾਲ ਬਲਾਤਕਾਰ ਕੀਤਾ ਜਦੋਂ ਬੇਟੀ ਸੀ। ਤੇ ਅੱਗੇ ਤਾਂ ਪੜ੍ਹਨ ਤੋਂ ਵੀ ਡਰ ਹੀ ਲੱਗਦੀ ਹੈ ਕਿ ਇਹਨਾਂ ਵਿੱਚੋਂ ਜਿੰਨੇ ਵੀ ਹੋਏ 90% ਦੇ ਕਰੀਬ ਸਾਰਿਆਂ ਨਾਲ ਉਹਨਾਂ ਦੇ ਆਪੋ ਆਪਣੇ ਘਰਾਂ ਦੇ ਵਿੱਚ ਹੀ ਉਹਨਾਂ ਨੂੰ ਸ਼ਿਕਾਰ ਬਣਾਇਆ ਗਿਆ। ਜਿਹੜੀ ਡਰਨ ਵਾਲੀ ਗੱਲ ਜੇ ਪਤਾ ਕੀ ਹੈ, ਉਹ ਇਹ ਹੈ, ਇਹਨਾਂ ਨੇ ਲਿਖਿਆ ਕਿ ਇਹਨਾਂ ਵਿੱਚੋਂ ਜਿਹੜੇ ਬਹੁਤ ਸਾਰੇ ਹੁਣ ਸਰਵਾਈਵਰਸ ਨੇ ਉਹ ਬੋਲ ਨਹੀਂ ਸਕਦੀਆਂ। ਇਹ ਬੇਟੀਆਂ ਚੰਗੇ ਘਰਾਂ ਵਿੱਚ ਨੇ, ਉੱਥੇ ਹੀ ਵਸਦੀਆਂ ਨੇ। ਕਈ ਤਾਂ ਨੇ ਜਿਹੜੀਆਂ 30 35 ਸਾਲਾਂ ਤੋਂ ਉੱਥੇ ਹੀ ਵਸ ਰਹੀਆਂ ਨੇ। ਹੁਣ ਉਹਨਾਂ ਘਰਾਂ ਵਿੱਚ ਜਿੱਥੇ ਇਹ ਚੀਜ਼ਾਂ ਵਾਪਰ ਰਹੀਆਂ ਹੋਣ, ਜਿਨ੍ਹਾਂ ਵਿੱਚ ਇੱਕ 43 ਸਾਲ ਦੀ ਬੇਟੀ ਰਣਜੀਤ ਗਿੱਲ ਮਿਲਟਨ ਤੋਂ, ਜਿਹਨੂੰ 18 ਵਾਰ ਚਾਕੂ ਮਾਰ ਕੇ ਉਹਦੇ ਆਪਣੇ ਹੀ ਪਤੀ ਨੇ ਮਾਰਤਾ ਸੀ, ਉਸ ਤੋਂ ਬਾਅਦ ਇਹ ਗੱਲ ਨਿਕਲਣੀ ਸ਼ੁਰੂ ਹੋਈ ਸੀ ਕਿ ਕਿਸ ਹੱਦ ਤੱਕ ਡੋਮੈਸਟਿਕ ਵਾਇਲੈਂਸ ਹੈ। ਕਿਵੇਂ ਉਹ ਸ਼ਰਾਬੀ ਉਹਦਾ ਘਰ ਵਾਲਾ ਅਨਿਲ ਗਿੱਲ ਸੀ, ਜਿਸਨੇ ਕੋਕੇਨ ਵੀ ਲੈਂਦਾ ਸੀ, ਸ਼ਰਾਬ ਵੀ ਪੀਂਦਾ ਸੀ, ਕਿਵੇਂ ਭੱਦੇ ਤਰੀਕੇ ਉਹਨੂੰ ਮਾਰਦਾ ਸੀ, ਅਖੀਰ ਕਤਲ ਹੀ ਕਰ ਦਿੱਤਾ। ਤਾਂ ਉਹਨਾਂ ਨੇ ਹੁਣ ਲਿਖਿਆ ਕਿ ਇਹ ਹੁਣ ਉਹਨਾਂ ਦੀ ਰਿਪੋਰਟ ਜੇ ਯੂਕੇ ਦੀ ਨੈਸ਼ਨਲ ਰਿਪੋਰਟ, while domestic and sexual abuse, it is affecting all the ethnicities, cultures and backgrounds, but still ਹੁਣ ਇੱਕ ਚੰਗੀ ਜੋ ਵਿੱਚੋਂ ਖਬਰ ਨਿਕਲ ਰਹੀ ਹੈ, only the founders of Sikh Women Aid, specifically ਸੁਖਵਿੰਦਰ ਕੌਰ and ਸਦੇਸ਼ ਪਾਲ, ਇਹਨਾਂ ਨੇ ਇਸ ਚੀਜ਼ ਲਈ ਇੱਕ ਜਨਰੇਸ਼ਨ ਉਹਨਾਂ ਨੇ ਲੱਭੀ ਹੈ ਕਿ ਜਿਹੜੀ ਸਾਡੀ ਯੂਥ ਜੇ ਬੇਟੀਆਂ ਜੋ ਇੱਥੇ ਹੀ ਵਸ ਰਹੀਆਂ ਨੇ, ਹੁਣ ਇੱਕ ਤਾਂ ਆਪਾਂ ਗੱਲ ਕਰ ਰਹੇ ਇੱਥੋਂ ਏਜੰਟ ਲਿਜਾ ਰਹੇ, ਉੱਥੇ ਹੀ ਵਸ ਰਹੀਆਂ ਨੇ, ਉਹਨਾਂ ਨੇ ਦੇਖਿਆ ਕਿ ਨੌਜਵਾਨ ਬੇਟੀਆਂ ਇੱਕ ਅਜਿਹੇ ਸ਼ਿਕੰਜੇ 'ਚ ਕੱਸੀਆਂ ਪਈਆਂ ਜਿਸ ਕਾਰਨ ਉਹਨਾਂ ਦੀ ਸਾਈਕੈਟ੍ਰਿਕ ਇਸ਼ੂਜ਼ ਬਣ ਰਹੇ ਨੇ ਕਿ ਜਦੋਂ ਉਹ ਆਵਾਜ਼ ਕੱਢਣ ਲੱਗਦੀਆਂ ਨੇ ਤਾਂ ਉਹਨਾਂ ਦੇ ਵਿੱਚ ਹੀ ਨੁਕਸ ਕੱਢ ਦਿੱਤਾ ਜਾਂਦਾ ਹੈ। ਉਹਨਾਂ ਨੂੰ ਹੀ ਛੇਕਣ ਦੀ ਗੱਲ ਕੀਤੀ ਜਾਂਦੀ ਹੈ ਕਿ ਇੱਥੇ ਆਈ ਧੀ ਖਰਾਬ ਹੋ ਗਈ, ਸੋ ਇੱਥੋਂ ਦਾ ਮਾਹੌਲ ਖਰਾਬ ਹੈ, ਧੀਆਂ ਨੂੰ ਇੱਥੇ ਲਿਆਇਆ ਹੀ ਨਾ ਜਾਵੇ, ਇਹਨਾਂ ਨੂੰ ਉੱਥੇ ਹੀ ਛੱਡਿਆ। ਯਾਨੀ ਇੰਨਾ ਕੁਛ ਇੱਕ ਜਨਰੇਸ਼ਨ ਗੈਪ ਤੱਕ ਉਹਦੇ ਵਿੱਚ ਬਣਾ ਦਿੱਤਾ ਗਿਆ, ਜਿੱਥੇ ਬੇਟੀਆਂ ਨੂੰ ਇੱਕ ਪਾਸੇ ਜਬਰੀ ਕਿ ਤੁਸੀਂ ਜਾਓ ਆਪਣੇ ਧਰਮ ਨਾਲ ਜੁੜੋ, ਇਸ ਤਰੀਕੇ ਤੁਸੀਂ ਵਸਣਾ ਤੇ ਇੱਥੋਂ ਦਾ ਕਲਚਰ ਨਹੀਂ ਅਡਾਪਟ ਕਰਨਾ, ਤੇ ਦੂਜੇ ਪਾਸੇ ਜਿਸ ਭਿਆਨਕ ਤਰੀਕੇ ਨਾਲ ਉਹਨਾਂ ਨੂੰ ਸੈਕਸੁਅਲ ਅਬਿਊਜ਼ ਜਾਂ ਘਰੇਲੂ ਹਿੰਸਾ ਵਿੱਚ ਜਿਨ੍ਹਾਂ ਨੂੰ ਇਸ ਤਰੀਕੇ ਲਿਜਾਇਆ ਜਾ ਰਿਹਾ, ਉਹਨਾਂ ਦੀ ਆਵਾਜ਼ ਕੋਈ ਨਹੀਂ ਬਣ ਰਿਹਾ ਐਕਸੈਪਟ ਫॉर ਅ ਸਿੱਖ ਵੂਮਨ ਏਡ, ਜਿਹੜੇ ਸਾਹਮਣੇ ਆਏ ਨੇ ਕਿ ਇਹਨਾਂ ਬੇਟੀਆਂ ਨੂੰ ਸਾਈਕੋਲੋਜੀਕਲ ਸਪੋਰਟ ਵੀ ਦੇਣ, ਮੈਂਟਲ ਸਪੋਰਟ ਵੀ ਦੇਣ, ਉਹਨਾਂ ਦੀ ਅੱਗੋਂ ਉਹਨਾਂ ਨੂੰ ਨਾਰਮਲ ਜ਼ਿੰਦਗੀ ਵਿੱਚ ਵੀ ਤੋਰਨ। ਹੁਣ ਇਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਪੈਸੀਫਿਕ ਨੀਡ ਨੇ ਉਹਨਾਂ ਵਿੱਚ ਵੀ ਦੇ ਆਰ ਬੀਇੰਗ ਇੰਟਰਫੇਅਰਡ ਬਾਈ ਕਲਚਰਲ ਨਿਊਸੈਂਸਿਸ। ਹੁਣ ਦੇਖੋ ਹਰ ਥਾਂ ਤੇ ਇੱਕੋ ਹੀ ਗੱਲ ਕਿ ਸਾਡੀ ਹੀ ਕਮਿਊਨਿਟੀ ਦੇ ਵਿੱਚ ਉਹ ਜੋ ਲੋਕ ਛੱਡੇ ਹੋਏ ਨੇ ਕੁਝ ਗਿਣਤੀ ਦੇ, ਉਹਨਾਂ ਹੀ ਏਜੰਟਾਂ ਨੇ ਉਹ ਹਰ ਥਾਂ ਤੇ ਜਿੱਥੇ ਧੀ ਦੇ ਹੱਕ ਵਿੱਚ ਆਵਾਜ਼ ਚੁੱਕਣੀ ਹੁੰਦੀ ਜੇ ਨਾ, ਉੱਥੇ ਜ਼ੋਰ ਸ਼ੋਰ ਨਾਲ ਰੌਲਾ ਪਾ ਦਿੰਦੇ। ਤੁਸੀਂ ਸਮਝ ਸਕਦੇ ਹੋ ਕਿ ਸਾਨੂੰ ਉਹਨਾਂ ਤੋਂ ਬਚਣ ਦੀ ਲੋੜ ਜੇ। ਜਿਹੜੇ ਇਹ ਆਵਾਜ਼ ਚੁੱਪ ਕਰਵਾਉਂਦੇ ਨੇ ਨਾ, ਉਹਨਾਂ ਨੂੰ ਪਰਾਂ ਕਰਕੇ ਆਈਸੋਲੇਟ ਕਰਕੇ ਲੱਭੀਏ ਕਿ ਇਹੀ ਨੇ ਜਿਹੜੇ ਧੀਆਂ ਉੱਤੇ ਇਹ ਲਗਾਤਾਰ ਜ਼ੁਲਮ ਹੁੰਦੇ ਰਹਿਣ ਲਈ ਉਕਸਾ ਰਹੇ, ਉਹਨਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਇਹੀ ਚੀਜ਼ ਵਾਰ-ਵਾਰ, ਇੱਕ ਵਾਰ ਨਹੀਂ ਅਨੇਕ ਵਾਰ ਕਿਹਾ ਕਿ ਕੁੱਟੀਆਂ ਵੀ ਗਈਆਂ, ਮਾਰੀਆਂ ਵੀ ਗਈਆਂ, ਸੈਕਸ਼ੂਅਲੀ ਐਕਸਪਲੋਇਟ ਵੀ ਹੋਈਆਂ। ਵਾਇਲੈਂਸ ਅਗੇਂਸਟ ਵੂਮਨ ਜੇ ਰੋਕਣੀ ਜੇ ਪਾਈ ਤਾਂ ਇਹ ਲੋਕ ਜੋ ਕੁਝ ਨੇ ਜਿਹੜੇ ਲਗਾਤਾਰ ਚੁੱਪ ਕਰਵਾ ਰਹੇ ਨੇ, ਉਹਨਾਂ ਨੂੰ ਪਹਿਲਾਂ ਪਛਾਣੋ, ਪਾਸੇ ਕਰੋ, ਫਿਰ ਇਸ ਕਮਿਊਨਿਟੀ ਦੇ ਵਿੱਚ ਆਪਾਂ ਜਾਂ ਸਾਰੀਆਂ ਕਮਿਊਨਿਟੀਜ਼ ਦੇ ਵਿੱਚ, ਕਿਉਂਕਿ ਇਹ ਸਿੱਖ ਵੂਮਨ ਜੋ ਨੇ ਇਹਨਾਂ ਦੀ ਏਡ ਬਣੀ ਹੈ ਸਿਰਫ ਸਿੱਖ ਬੇਟੀਆਂ ਲਈ ਨਹੀਂ, ਹੋਰਨਾਂ ਧਰਮਾਂ ਦੀਆਂ ਬੇਟੀਆਂ ਲਈ ਵੀ ਕੰਮ ਕਰ ਰਹੀਆਂ।
ਉਹਨਾਂ ਨੇ ਬਚਾਉਣ ਲਈ ਪੂਰੀ ਵਾਹ ਲਾਈ ਹੋਈ ਹੈ। ਸਿਰਫ ਸਾਨੂੰ ਉਹਨਾਂ ਦੀ ਸਪੋਰਟ ਬਣਨ ਦੀ ਲੋੜ ਹੈ ਕਿ ਹਾਂ ਅਸੀਂ ਤੁਹਾਡੇ ਨਾਲ ਆ, ਤੇ ਤੁਸੀਂ ਜਿਹੜੇ ਇਹ ਕੁਝ ਲੋਕ ਤੁਹਾਨੂੰ ਪਰਾਂ ਕਰਦੇ ਨੇ, ਧੱਕਦੇ ਨੇ, ਤੁਹਾਡੇ ਖਿਲਾਫ ਨੇ, ਅਸੀਂ ਸਾਰੀ ਵੱਡੀ ਪੱਧਰ ਤੇ ਉਹਨਾਂ ਦੇ ਵਿਰੁੱਧ ਆਵਾਜ਼ ਚੱਕਾਂਗੇ। ਬਿਲਕੁਲ, ਆ ਜਿਹੜੀਆਂ ਰਿਪੋਰਟਾਂ ਤੁਸੀਂ ਦੱਸੀਆਂ ਕਿੰਨੀਆਂ ਕੁ ਦੁਖਦਾਈ ਨੇ, ਕਿੰਨੀਆਂ ਕੁ ਦਰਦਨਾਕ ਨੇ, ਰੂਹ ਕੰਬਾਊ ਰਿਪੋਰਟਾਂ ਨੇ ਜਿਹੜੀਆਂ ਦਿਲ ਦਹਿਲਾ ਰਹੀਆਂ ਨੇ ਕਿ ਇਸ ਤਰੀਕੇ ਦੀਆਂ ਹਰਕਤਾਂ, ਇਸ ਤਰੀਕੇ ਦੀਆਂ ਹੈਵਾਨੀਅਤ ਵਾਲੀਆਂ ਹਰਕਤਾਂ ਜੋ ਨੇ ਸਾਡੀਆਂ ਧੀਆਂ ਦੇ ਨਾਲ, ਔਰਤਾਂ ਦੇ ਨਾਲ ਬਾਹਰ ਦੇ ਮੁਲਕਾਂ ਦੇ ਵਿੱਚ ਵਾਪਰ ਰਹੀਆਂ ਨੇ। ਕਿਉਂਕਿ ਭਾਰਤ ਦੇ ਵਿੱਚ ਅਸੀਂ ਅਕਸਰ ਸੁਣਦੇ ਹਾਂ, ਆਵਾਜ਼ ਵੀ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਹਾਂ, ਅਸੀਂ ਲਾਜ਼ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਉਂਦੇ ਹਾਂ ਕਿ ਔਰਤਾਂ ਨੂੰ ਐਜੂਕੇਸ਼ਨ ਨਹੀਂ ਹੈ ਕਿ ਉਹਨਾਂ ਦੇ ਹੱਕ ਕੀ ਨੇ, ਕਿਸ ਤਰੀਕੇ ਦੇ ਨਾਲ ਆਪਣੇ ਹੱਕਾਂ ਨੂੰ ਬੁਲੰਦ ਕਰ ਸਕਦੇ ਨੇ। ਲੇਕਿਨ ਬਾਹਰ ਦੇ ਮੁਲਕ, ਜਿਸ ਟਾਈਮ ਬਾਹਰ ਦੇ ਮੁਲਕਾਂ ਦਾ ਜ਼ਿਕਰ ਆਉਂਦਾ ਹੈ ਕਿ ਜਿੱਥੇ ਅਸੀਂ ਇੱਕ ਪਾਸੇ ਵੈਸਟਰਨਾਈਜ਼ਡ ਕਲਚਰ ਅਪਣਾਉਣ ਦਾ ਜ਼ਿਕਰ ਕਰਦੇ ਹਾਂ, ਉੱਥੇ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਅਜਿਹੀਆਂ ਚੀਜ਼ਾਂ ਵੇਖ ਰਹੇ ਹਾਂ। ਇੱਕ ਵੱਡਾ ਸਵਾਲ ਖੜਾ ਹੁੰਦਾ ਜਿਸ ਟਾਈਮ ਪੰਜਾਬ ਦੇ ਵਿੱਚ ਜਾਂ ਕਹਿ ਲਓ ਕਿ ਭਾਰਤ ਦੇ ਵਿੱਚ ਅਸੀਂ ਆਪਣੀ ਕੁੜੀ ਵਿਆਹਣੀ ਹੋਵੇ ਤਾਂ ਅਸੀਂ ਹਰ ਵੈਰੀਫਿਕੇਸ਼ਨ ਕਰਦੇ ਹਾਂ, ਅਸੀਂ ਪੜੋਸੀਆਂ ਦੇ ਨਾਲ, ਗਵਾਂਢੀਆਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਉਹਨਾਂ ਦੇ ਪਿਛੋਕੜ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਲੇਕਿਨ ਬਾਹਰ ਦੇ ਮੁੰਡਿਆਂ ਦੇ ਨਾਲ ਕੁੜੀਆਂ ਨੂੰ ਵਿਆਹਣ ਦਾ ਕਰੇਜ਼ ਇੰਨਾ ਕੁ ਜ਼ਿਆਦਾ ਹੈ ਕਿ ਮਾਪੇ ਇਹ ਵੀ ਭੁੱਲ ਜਾਂਦੇ ਨੇ ਕਿ ਅਸੀਂ ਚੈੱਕ ਕਰਵਾਉਣਾ ਹੈ ਕਿ ਜਿਹੜਾ ਮੁੰਡਾ ਹੈ ਉਸਦੀ ਹਿਸਟਰੀ ਕੀ ਰਹੀ ਹੈ, ਉਹ ਖਾਂਦਾ ਪੀਂਦਾ ਹੈ, ਉਹ ਕਿਸ ਤਰੀਕੇ ਦੇ ਨਸ਼ੇ ਕਰਦਾ ਜਾਂ ਨਹੀਂ ਕਰਦਾ, ਕੰਮ ਕਰਦਾ ਹੈ, ਕਿਹੜਾ ਕੰਮ ਕਰਦਾ ਹੈ, ਅਸੀਂ ਉਹ ਕੁਝ ਵੀ ਨਹੀਂ ਦੇਖਦੇ। ਦੇਖਦੇ ਹਾਂ ਕਿ NRI ਮੁੰਡਾ। ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਅਸਲ 'ਚ ਹਾਲ ਇੱਥੇ ਤੱਕ ਪਹੁੰਚਿਆ ਹੋਇਆ ਕਿ ਕਈ ਵਾਰ ਮੈਂ ਆਪਣੇ ਨੇੜੇ ਤੇੜੇ ਦੇ ਕੁਝ ਘਰਾਂ ਦੀ ਗੱਲ ਕਰਾਂਗੀ ਜਿੱਥੇ ਇਹ ਵੀ ਭਿਣਕ ਨਹੀਂ ਪੈਣ ਦਿੰਦੇ ਲੋਕ, ਜੇ ਕੋਈ ਮੁੰਡਾ ਲੱਭ ਜਾਂਦਾ ਹੈ ਕਿ ਭਈ ਅਸੀਂ ਦਬਾ ਦਬ ਕਰਾ ਕੇ ਫਾਈਨਲ ਅਸੀਂ ਵਿਆਹ ਵੀ ਕਰਵਾ ਕੇ ਉਸ ਤੋਂ ਬਾਅਦ ਹੀ ਆਂਢ ਗੁਆਂਢ 'ਚ ਮਠਿਆਈ ਦੇਵਾਂਗੇ ਵੀ ਪਤਾ ਹੀ ਨਾ ਲੱਗ ਜਾਵੇ ਕਿਤੇ ਸਾਡਾ ਜਵਾਈ ਖੋਇਆ ਨਾ ਜਾਵੇ। ਹਾਂ ਬਿਲਕੁਲ, ਹੱਦ ਤੱਕ ਅਸੀਂ ਚਲੇ ਜਾਂਦੇ ਆ ਬਿਨਾਂ ਕੋਈ ਚੈਕਿੰਗ ਕੀਤਿਆਂ, ਬਿਨਾਂ ਆਸ-ਪਾਸ ਇੱਕ ਧੂੜ ਵੀ ਕੱਢਿਆ, ਤੇ ਇਸੇ ਦਾ ਫਾਇਦਾ ਉਠਾਉਂਦੇ ਆ। ਜਿਹੜੀਆਂ ਸਾਡੀਆਂ 15,000 ਤੋਂ ਵੱਧ ਧੀਆਂ ਪਹਿਲਾਂ ਵੀ ਜਿਹੜੀਆਂ ਕਿਸੇ ਹੀ ਲੇਖੇ ਨਹੀਂ ਲੱਗ ਸਕੀਆਂ, ਪੁੱਤਰ ਧੀਆਂ ਜੰਮੀ ਬੈਠੀਆਂ ਨੇ, ਉਹਨਾਂ ਕੁਝ NRIs ਦੀਆਂ ਜਿਹੜੇ ਇਸੇ ਤਰ੍ਹਾਂ ਦੇ ਏਜੰਟਾਂ ਦੇ ਅੱਗੋਂ ਪੈਸੇ ਪੂਸੇ ਦੇ ਕੇ ਉਹ ਆਪਣੇ ਢੰਗ ਤਰੀਕੇ ਲੱਭਦੇ ਰਹੇ, ਸਾਡੀਆਂ ਬੇਟੀਆਂ ਖਰਾਬ ਕਰਕੇ ਉਹਨਾਂ ਨੂੰ ਵਰਤ ਕੇ ਉਹਨਾਂ ਤੋਂ ਲੈ ਕੇ ਵੀ ਸਾਰਾ ਪੈਸਾ ਤੇ ਫਿਰ ਦਾਜ ਦੂਜ ਲੈ ਕੇ ਗਾਇਬ ਹੋ ਗਏ। ਸੋ ਉਹ ਅਜੇ ਤੱਕ ਕੁੱਛੜ ਨਿਆਣੇ ਚੁੱਕ ਕੇ ਰੁਲਦੀਆਂ ਫਿਰਦੀਆਂ ਨੇ, ਕੋਈ ਉਹਨਾਂ ਦੀ ਸਾਰ ਨਹੀਂ ਪੁੱਛੀ ਗਈ। ਸੋ ਗੱਲ ਤਾਂ ਸਿਰਫ ਇਹ ਹੈ ਕਿ ਇਸ ਤਰੀਕੇ ਦਾ ਬਹੁਤ ਥੋੜੀ, ਆਪਾਂ ਨਹੀਂ ਕਹਿ ਸਕਦੇ ਕਿ ਸਾਰੇ NRI ਖਰਾਬ ਹੋ ਗਏ, ਬਹੁਤ ਭਾਰੀ ਗਿਣਤੀ ਨੇ ਜਿਹੜੇ ਠੀਕ ਨੇ, ਬਹੁਤ ਭਾਰੀ ਗਿਣਤੀ ਜਿਸ ਤਰੀਕੇ ਸਾਡਾ ਨਾਮ ਉੱਚਾ ਕਰ ਰਹੇ ਨੇ ਉਹਨਾਂ ਮੁਲਕਾਂ ਵਿੱਚ, ਉਹ ਅਸੀਂ ਸਜਦਾ ਕਰਦੇ ਹਾਂ, ਉਹਨਾਂ ਸਦਕਾ ਹੀ ਅਸੀਂ ਕਿਸੇ ਥਾਂ ਤੇ ਜਾਈਏ ਤੇ ਆਪਣੇ ਆਪ ਉੱਤੇ ਵੀ ਫਖਰ ਮਹਿਸੂਸ ਕਰਦੇ ਹਾਂ ਕਿ ਸਾਡੀ ਧੀ ਭੈਣ ਨੇ ਇੱਥੇ ਪਹੁੰਚੇ ਨੇ। ਪਰ ਗੱਲ ਇਹ ਹੈ ਕਿ ਇਹ ਜਿਹੜੇ ਆਈਸੋਲੇਟ ਕਰਨ ਦੀ ਲੋੜ ਹੈ, ਜਿਹੜੀ ਕਿ ਹੁਣੇ ਆਪਾਂ ਦੇਖਿਆ ਅਮਰੀਕਾ ਵਿੱਚ ਇਹ ਸ਼ੁਰੂ ਹੋਈ ਗੱਲ, ਜਦੋਂ ਸਾਡੀ ਇੱਕ ਬੇਟੀ ਦਾ ਇਸ ਤਰੀਕੇ ਮਰਡਰ ਹੋਇਆ, ਜਿਹਨੇ ਖੁਦਕੁਸ਼ੀ ਕੀਤੀ ਸੀ, ਉਹਦੇ ਹੱਕ ਵਿੱਚ ਆਵਾਜ਼ ਬੜੀ ਜ਼ੋਰਦਾਰ ਉੱਠੀ। ਸੋ ਇਹ ਹੁਣ ਵੀ ਵਾਕਈ ਹਰ ਥਾਂ ਤੋਂ ਲੋੜ ਹੈ ਕਿ ਸਾਡੇ ਸੁਹਿਰਦ ਲੋਕ, ਸਾਡੇ ਅਣਖੀ ਲੋਕ ਉੱਠਣ, ਜਾਗਣ, ਪਛਾਣਨ ਕਿ ਇਹ ਉਹਨਾਂ ਏਜੰਟਾਂ ਦੇ ਕਿਹੜੇ ਕਿਹੜੇ ਲੋਕ ਨੇ। ਉਹ ਬੜਾ ਸੌਖੇ ਪਛਾਣੇ ਜਾਣਗੇ ਜਿਹੜੇ ਆਵਾਜ਼ ਚੁੱਕਣਗੇ, ਨਹੀਂ ਜੀ ਗਲਤ ਹੈ ਜੀ, ਸਾਡੇ ਤੇ ਜੀ ਇਹ ਤਾਂ ਖਰਾਬ ਧੱਬਾ ਲਾ ਰਹੇ ਨੇ ਜੀ, ਕੌਮ ਸਾਡੀ ਤੇ ਫਲਾਣਾ ਟਮਕਾਣਾ, ਲੱਭ ਲਓ, ਸੌਖੇ ਪਛਾਣੇ ਜਾਣਗੇ। ਉਹਨਾਂ ਨੂੰ ਆਈਸੋਲੇਟ ਕਰੋ, ਪਰੇ ਕਰੋ, ਉਹਨਾਂ ਤੋਂ ਬਚਣ ਦੀ ਲੋੜ ਹੈ। ਉਹ ਸਾਡੀਆਂ ਧੀਆਂ ਨੂੰ ਬਚਾਈਏ ਤਾਂ ਇਹ ਗਿਣਤੀ ਦੇ ਕੁਝ ਲੋਕ ਜੋ ਹਨ ਉਹਨਾਂ ਨੂੰ ਸਖਤੀ ਨਾਲ ਉੱਥੇ ਵੀ, ਤੇ ਜਿਹੜੇ ਏਜੰਟ ਇੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਪਛਾਣ ਕੇ ਉਹਨਾਂ ਉੱਤੇ ਵੀ ਇੱਕ ਸਖਤ ਸ਼ਿਕੰਜਾ ਕੱਸਣ ਦੀ ਲੋੜ ਹੈ। ਬਿਲਕੁਲ, ਇੱਕ ਸਵਾਲ ਇੱਥੇ ਇਹ ਵੀ ਉੱਠਦਾ ਹੈ ਕਿ ਜਿਹੜਾ एनवायरमेंट का जिक्र किया जाता है कि बाहर के मुल्कों चो एनवायरमेंट शायद सोहना मिलेगा, भारत के विच एनवायरमेंट वधिया नहीं मिलेगा, कुछ इस तरीके की भी हुण एक कह लो कि अज की नौजवान पीढ़ी के विच एक मैंटैलिटी बन गई है। उत्थे किते ना किते मैं कहांगी साडा सियासी कल्चर भी जिम्मेवार है, क्योंकि जिहड़ियां सहूलतां नौजवान चाहुंदे ने, जिहड़ियां चीज़ां पढ़ लिख के वो जिस तरीके दीयां नौकरियां चाहुंदे ने, शायद किते ना किते सियासी कल्चर इन्ना क मैला हो चुकिया कि वो सियासत दे विच वो चीज़ां पूरियां नहीं हो पांदियां, उन्हां नूं वो ज़रूरतां नहीं मिल पांदियां, उस तरीके दीयां नौकरियां उन्हां नूं नहीं मिल पा रही, जिस कारण मजबूरन उन्हां नूं अपना देश छड्ड के दूजे मुल्कां दे विच भी जो है माइग्रेट होना पै रहा है। लेकिन जिस तरीके दीयां खबरां ने जो अज असी दिल कंबाऊ रिपोर्टां अपने दर्शकों अगे साझियां कीतियां ने, इसका तोड़ की है, किस तरीके दे नाल इस तो बचिया जा सकदा?
ਦੇਖੋ ਜੋ ਪਹਿਲੀ ਤੋੜ ਉਹਨਾਂ ਨੇ ਦੱਸੀ ਜੇ, ਦੇਖੋ ਕਿੰਨਾ ਕਲੀਅਰ, ਕਿਉਂਕਿ ਮੈਂ ਸਮਝ ਰਹੀ ਹਾਂ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਸਿਆਸਤ ਬਹੁਤ ਕੋਝੀ ਹੋ ਚੁੱਕੀ ਹੈ, ਜਿਹਦੇ ਵਿੱਚ ਨੌਕਰੀਆਂ ਨਾ ਮਿਲਣੀਆਂ, ਪੜ੍ਹਾਈ ਮਹਿੰਗੀ ਹਰ ਪਾਸਿਓਂ, ਯਾਨੀ ਕਰਜ਼ਈ ਗਰੀਬ ਤਾਂ ਬਿਲਕੁਲ ਖਤਮ ਹੀ ਹੋਈ ਜਾਂਦਾ ਹੈ। ਤਾਂ ਹੂੰ ਉਹ ਕਿਸ ਤਰੀਕੇ ਉਹਨਾਂ ਨੂੰ ਜਾਗਰਤੀ ਦਈਏ, ਉਹਨਾਂ ਨੂੰ ਮਜਬੂਰੀ ਹੈ ਕਿ ਉਹਨਾਂ ਨੇ ਵੀ ਜ਼ਿੰਦਗੀ ਜੀਣੀ ਹੈ, ਉਹਨਾਂ ਦੇ ਵੀ ਕੋਈ ਹੱਕ ਨੇ, ਉਹਨਾਂ ਦੇ ਵੀ ਸ਼ੌਕ ਨੇ। ਹੂੰ ਜਬਰੀ ਵਿਚਾਰੇ ਛੱਡਦੇ ਨੇ, ਮੁਲਕ ਜਾਂਦੇ ਨੇ, ਕੋਈ ਸ਼ੌਕ ਨਾਲ ਨਹੀਂ ਜਾਂਦਾ। ਹੁਣ ਉਹਦੇ ਵਿੱਚ ਕਿੰਨਾ ਕਲੀਅਰ ਦੇਖੋ, ਜੋ ਲਾਈਨ ਇੱਕ ਪੈਰਾ ਮੈਂ ਚਾਹੁੰਦੀ ਹਾਂ ਪੜ੍ਹਦੇ ਹਾਂ, ਤਾਂ ਕਿ ਤੁਹਾਨੂੰ ਅੰਦਾਜ਼ਾ ਹੋਵੇ ਵੀ ਕਿਸ ਤਰੀਕੇ, ਕਿਉਂਕਿ ਹੁਣ ਉਹਨਾਂ 'ਚ ਇੱਕ ਨਿਮਰਤ ਦਾ ਜ਼ਿਕਰ ਹੈ ਲੰਡਨ 'ਚ, ਜੋ 39 ਸਾਲ ਦੀ ਸੀ, ਜਿਹਦੀ ਆਪਣਾ ਸਕਾ ਚਾਚਾ ਉਹਨੂੰ 8 ਸਾਲ ਦੀ ਉਮਰ ਤੋਂ ਉਹਨੂੰ ਲਗਾਤਾਰ ਉਹਦਾ ਬਲਾਤਕਾਰ ਕਰਦਾ ਰਿਹਾ, ਤੇ ਉਹਨੂੰ ਧਮਕਾਉਂਦੇ ਰਹੇ ਕਿ ਤੂੰ ਆਵਾਜ਼ ਨਹੀਂ ਚੱਕਣੀ। ਕਿਉਂ? ਹੁਣ ਅੱਗੋਂ ਦੇਖੋ ਕਿਸ, ਜੋ ਉਹਨਾਂ ਨੇ ਰੀਜ਼ਨ ਲਿਖਿਆ, there is a taboo around discussing sexual abuse। ਹੁਣ ਇਹ ਅਸੀਂ ਸਾਡੇ ਹੀ ਲੈ ਲੋਕ ਜਿਨ੍ਹਾਂ ਨੇ ਕਰ ਦਿੱਤਾ, ਇਹ ਗੱਲ ਹੀ ਕਰਨੀ ਗੁਨਾਹ ਹੈ, ਜਿਹੜਾ ਕਰ ਰਿਹਾ ਉਹਦੇ ਤੇ ਲਾਂਛਨ ਲਾ ਦਿਓ। and that is the reason that the issues such as victim shaming and cultural concepts of honor and shame, which have absolutely no basis in religious teachings, are often weaponized against victims to ensure their silence। ਸਮਝ ਰਹੇ ਹੋ ਕਿ ਕੀ ਕਰ, ਇਹ ਉਹੀ ਲੋਕ ਜੋ ਮੈਂ ਲਗਾਤਾਰ ਕਹਿ ਰਹੀ ਹਾਂ ਕਿ ਸਿਰਫ ਉਸੇ ਔਰਤ ਨੂੰ, ਤੁਸੀਂ ਜਾਂ ਮੈਂ ਆਵਾਜ਼ ਚੱਕ ਰਹੇ ਹਾਂ ਤਾਂ ਸਾਡਾ ਗਲਾ ਦੱਬੋ, ਜਿਸ ਬੇਟੀ ਲਈ ਆਵਾਜ਼ ਚੁੱਕ ਰਿਹਾ ਉਹਨੂੰ ਸ਼ਰਮਸਾਰ ਕਰੋ, ਨਹੀਂ ਜੀ ਇਹਦਾ ਤਾਂ ਕਰੈਕਟਰ ਹੀ ਅਸੈਸੀਨੇਸ਼ਨ ਕਰ ਦਿਓ, ਇਹਨੂੰ ਤਾਂ ਅਸੀਂ ਇੱਥੋਂ 6 ਹੀ ਦਿੰਨੇ ਆ। ਤਾਂ ਇਹ ਬੇਟੀਆਂ ਇਸੇ ਕਾਰਨ ਇੰਨਾ ਯਾਨੀ ਹੁਣ ਉਹਦਾ ਕੌਣ ਸੀ ਅੰਕਲ, ਮੈਂ ਨਾਂ ਹੀ ਨਹੀਂ ਲੈਣਾ ਚਾਹੁੰਦੀ, ਉਹਦੇ ਚ ਲਿਖਿਆ ਇੱਕ ਖਬਰ ਜੇ, ਨਾਮ ਨਹੀਂ ਮੈਂ ਲੈ ਰਹੀ, ਬਟ ਹਿਜ਼ ਅੰਕਲ, ਹਰ ਅੰਕਲ ਉਹਨੇ ਲਿਖਿਆ was a pillar of the community who was active in ਗੁਰਦੁਆਰਾ। ਐਂਡ ਹੁਣ ਛੱਡੋ, ਮੈਂ ਅਗਲੀ ਗੱਲ ਤਾਂ ਮੈਨੂੰ ਆਪ ਹੀ ਦਿਲ ਕੰਬਦਾ ਜੇ ਪੜ੍ਹ ਕੇ, ਕਿਉਂਕਿ ਲਿਖਿਆ ਕਿ ਉਹਨੇ ਹੋਰ ਵੀ ਕਈ ਬੇਟੀਆਂ ਦਾ, ਜੋ ਹੋਰ ਉੱਥੇ ਗੁਰਦੁਆਰੇ ਆਉਂਦੀਆਂ ਸਨ, ਜੋ ਇੱਥੋਂ ਗਈਆਂ ਹੋਈਆਂ, ਉਹਨਾਂ ਨੂੰ ਵੀ ਭਾਰੀ ਗਿਣਤੀ ਨੂੰ ਸ਼ਿਕਾਰ ਬਣਾਇਆ। ਸੋ ਇਹ ਚੀਜ਼ਾਂ ਨੇ ਜਿਹੜੇ ਸਾਡੇ, ਜੋ ਇਸ ਤਰੀਕੇ ਦੇ ਬੇਟੀਆਂ ਨੂੰ ਚੱਬ ਜਾਣ ਵਾਲੇ ਬਗਿਆੜ ਬੈਠੇ ਨੇ ਨਾ, ਇਹਨਾਂ ਨੂੰ ਤਾਂ ਹਰ ਹਾਲ ਵਿੱਚ ਸਾਡੀ ਉੱਥੇ ਬੈਠੀ ਕਮਿਊਨਿਟੀ, ਜੇ ਉਹਨਾਂ ਤੇ ਵੀ ਇਹ ਧੱਬਾ ਲੱਗਦਾ ਜੇ, ਜੇ ਸਾਡੇ ਤੇ ਲੱਗਦਾ ਜੇ, ਤਾਂ ਉਹਨਾਂ ਨੂੰ ਬਹੁਤ ਐਕਟਿਵਲੀ, ਜਿਵੇਂ ਕੁਝ ਸੰਸਥਾਵਾਂ ਸ਼ੁਰੂ ਹੋਈਆਂ ਨੇ, ਪਰ ਇਹਨਾਂ ਨੂੰ ਲੱਭ ਕੇ ਇਹੋ ਜਿਹੇ ਲੋਕਾਂ ਨੂੰ ਸਾਈਡਲਾਈਨ ਕਰਕੇ ਇਹ ਸਾਨੂੰ ਆਪਣੀ ਸਫਾਈ ਤਾਂ ਅੰਦਰੋਂ ਕਰਨੀ ਹੀ ਪੈਣੀ ਹੈ। ਤੇ ਜਿੱਥੇ ਇੱਕ ਪਾਸੇ ਬੇਟੀਆਂ, ਹਾਂ ਜੀ ਜੀ, ਇੱਥੋਂ ਬੇਟੀਆਂ ਨੂੰ ਪਹਿਲਾਂ ਤਾਂ ਖਬਰਦਾਰ ਕਰੀਏ ਭਾਈ ਇਸੇ ਤਰ੍ਹਾਂ ਸੌਖੇ ਸ਼ਿਕਾਰ ਨਾ ਬਣਿਓ, ਦੂਜੇ ਪਾਸੇ ਉੱਥੇ ਮਾਵਾਂ ਨੂੰ ਤਗੜਾ ਕਰਨਾ ਪੈਣਾ, ਜਿਨ੍ਹਾਂ ਦੀਆਂ ਧੀਆਂ ਇਸ ਤਰੀਕੇ ਘਰਾਂ ਵਿੱਚ ਸ਼ਿਕਾਰ ਹੋਈਆਂ ਨੇ, ਉਹਨਾਂ ਨੂੰ ਅਗਾਂਹ ਨਿਕਲ ਕੇ ਆਵਾਜ਼ ਚੁੱਕਣੀ ਪੈਣੀ ਹੈ। ਸੋ ਉੱਥੇ ਸਾਡੀ ਯੰਗ ਵੂਮਨ ਐਸੋਸੀਏਸ਼ਨ, ਜਿਹੜੀਆਂ ਇਹ ਬੇਟੀਆਂ ਦੀ ਮਦਦ ਲਈ, ਜਿਹੜੀਆਂ ਇਹਨਾਂ ਦੀ ਆਵਾਜ਼ ਚੁੱਕੇ, ਉਹਨਾਂ ਨੂੰ ਵੀ ਖੜੇ ਕਰਨਾ ਪੈਣਾ, ਤਾਂ ਕਿ ਇਹ ਸ਼ਿਕਾਰੀਆਂ ਨੂੰ ਖਤਮ ਕੀਤਾ ਜਾ ਸਕੇ, ਇਹਨਾਂ ਨੂੰ ਅੰਦਰ ਤਾੜਿਆ ਜਾ ਸਕੇ, ਬਾਕੀਆਂ ਲਈ ਸੁਨੇਹਾ ਹੋਵੇ, ਸੋ ਦੈਟ ਸਾਰੇ ਪਾਸੇ ਸਾਡੀ ਕਮਿਊਨਿਟੀ ਚੰਗੇ ਤਰੀਕੇ ਅਗਾਂਹ ਵੱਧ ਸਕੇ, ਇਸ ਤਰੀਕੇ ਦੇ ਲਾਂਛਨਾਂ ਨਾਲ ਨਹੀਂ। ਇੱਕ ਤਾਂ ਸਵਾਲ ਹੈ ਜੋ ਅਕਸਰ ਮੇਰੇ ਦਿਮਾਗ ਦੇ ਵਿੱਚ, ਮੈਂ ਅਕਸਰ ਕਿਉਂਕਿ ਵਿਮਨ ਓਰੀਐਂਟਡ ਸ਼ੋਜ਼ ਵੀ ਕਰਦੀ ਹਾਂ ਔਰ ਕਈ ਔਰਤਾਂ ਦੇ ਨਾਲ ਮਿਲਦੀ ਹਾਂ, ਉਹਨਾਂ ਦੀ ਕਹਾਣੀ ਸੁਣ ਕੇ ਬਹੁਤ ਵਾਰੀ ਅੱਖਾਂ ਭਿੱਜ ਜਾਂਦੀਆਂ ਨੇ। ਇੱਕ ਸਵਾਲ ਉੱਠਦਾ ਹੈ ਸਮਾਜ ਨੂੰ ਵੇਖਦੇ ਵੇਖਦੇ ਕਿ ਆਖਰ ਉਹ ਵੇਲਾ ਕਦੋਂ ਆਏਗਾ ਜਿਸ ਟਾਈਮ ਇੱਕ ਔਰਤ ਨੂੰ ਚੀਜ਼ ਸਮਝਣਾ ਬੰਦ ਕੀਤਾ ਜਾਵੇਗਾ, ਮਨੋਰੰਜਨ ਦਾ ਸਾਧਨ ਸਮਝਣਾ ਬੰਦ ਕੀਤਾ ਜਾਵੇਗਾ। ਜਿਸ ਦਿਨ ਕਿਸੇ ਔਰਤ ਦੇ ਅੱਖਾਂ ਵਿੱਚ ਮਾਂ ਚੰਡੀ ਵਾਲਾ ਜੇ ਉਹੀ ਤੁਸੀਂ ਦਮ ਵੇਖੋਗੇ ਨਾ, ਉਸ ਦਿਨ ਇਹ ਚੀਜ਼ ਤੇ ਜ਼ਰੂਰ ਠੱਲ ਪਏਗੀ। ਜਿਸ ਦਿਨ ਇਸ ਧਰਤੀ ਤੇ ਮਾਂ ਤਗੜੀ ਹੋ ਜਾਏਗੀ ਨਾ, ਉਸ ਦਿਨ ਮਾਂ ਦੁਰਗਾ ਅਜਿਹੀ ਘਟਨਾ ਅੱਗੋਂ ਵਾਪਰਨ ਨਹੀਂ ਦੇਗੀ। ਸੋ ਲੋੜ ਹੈ ਸਾਡੀਆਂ ਮਾਵਾਂ ਨੂੰ ਤਗੜੇ ਹੋਣ, ਉਹੀ ਆਪਣੀਆਂ ਧੀਆਂ ਨੂੰ ਤਗੜੀਆਂ ਵੀ ਕਰਨਗੀਆਂ, ਉਹੀ ਆਪਣੇ ਪੁੱਤਰਾਂ ਨੂੰ ਵੀ ਸੁਨੇਹਾ ਦੇਣਗੀਆਂ, ਕਾਕਾ ਇਸ ਪਾਸੇ ਕੈਰੀ ਅੱਖ ਰੱਖਣ ਦਾ ਮਤਲਬ ਹੈ ਕਿ ਮਾਂ ਦੁਰਗਾ ਇਹੋ ਜਿਹਾ ਦਾ ਵੱਧ ਵੀ ਕਰ ਸਕਦੀ ਹੈ। ਇਹ ਜਦ ਤੱਕ ਸਾਡੀ ਇਹ ਤਬਦੀਲੀ ਨਹੀਂ ਨਾ ਦਿਸਦੀ, ਉਦੋਂ ਤੱਕ ਅਫਸੋਸ ਇਸ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਆਵਾਜ਼ ਦੱਬੀ ਜਾਂਦੀ ਰਹੇਗੀ। ਬਿਲਕੁਲ ਬਿਲਕੁਲ।
ਔਰ ਇਹ ਗੱਲ ਬਿਲਕੁਲ ਸਹੀ ਹੈ, ਜਦ ਤੱਕ ਮਾਵਾਂ ਤਕੜੀਆਂ ਨਹੀਂ ਹੋਣਗੀਆਂ, ਮਾਵਾਂ ਆਪਣਿਆਂ ਲਈ, ਆਪਣੇ ਆਪ ਦੇ ਲਈ, ਆਪਣੀ ਧੀਆਂ ਦੇ ਲਈ ਆਵਾਜ਼ ਚੁੱਕਣੀਆਂ ਬੁਲੰਦ ਨਹੀਂ ਕਰਨਗੀਆਂ, ਤਦ ਤੱਕ ਸਮਾਜ ਨਹੀਂ ਬਦਲੇਗਾ। ਔਰ ਇਹ ਜ਼ਰੂਰੀ ਨਹੀਂ ਕਿ ਕਿਸੇ ਹੋਰ ਦੀ ਧੀ ਦੇ ਨਾਲ ਹੋ ਰਿਹਾ ਤਾਂ ਅੱਖਾਂ ਮੂੰਦ ਲਵੋ, ਕਿਸੇ ਹੋਰ ਦੀ ਧੀ ਦੇ ਨਾਲ ਹੋ ਰਿਹਾ ਤਾਂ ਆਪਣੀ ਜ਼ੁਬਾਨ ਨੂੰ ਬੰਦ ਕਰ ਲਵੋ। ਜੇਕਰ ਤੁਸੀਂ ਦੂਜੇ ਦੀ ਧੀ ਦੇ ਲਈ ਵੀ ਆਵਾਜ਼ ਬੁਲੰਦ ਕਰੋਗੇ ਤੇ ਕੱਲ ਤੁਹਾਡੀ ਧੀ ਵੀ ਸਿੱਖੇਗੀ ਤੇ ਨਾਲ ਤੁਹਾਡਾ ਮੁੰਡਾ ਵੀ ਸਿੱਖੇਗਾ ਕਿ ਮੇਰੀ ਮਾਂ ਦਾ ਇਹ ਰੂਪ ਤੇ ਬਾਕੀਆਂ ਮਾਵਾਂ ਦੇ ਵੀ ਇਹ ਰੂਪ ਸਾਨੂੰ ਵੇਖਣ ਨੂੰ ਮਿਲ ਸਕਦਾ। ਸੋ ਅਸੀਂ ਇਹ ਹਰਕਤਾਂ ਜੋ ਨੇ ਉਹ ਬੰਦ ਕਰਨੀਆਂ ਨੇ। ਸੋ ਉਮੀਦ ਕਰਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਤੋਂ ਕੁਝ ਦਰਸ਼ਕ ਜੋ ਨੇ ਉਹ ਸੇਂਧ ਲੈਣਗੇ ਤੇ ਨਾਲ ਦੇ ਨਾਲ ਜਿਹੜੀ ਜਿੱਥੇ ਇੱਕ ਪਾਸੇ ਬਹੁਤ ਸਾਰਾ ਤਬਕਾ ਹੈ ਜਿਹੜਾ ਮਦਦ ਕਰਨ ਨੂੰ ਅੱਗੇ ਆ ਰਿਹਾ, ਉਮੀਦ ਦਾ ਇੱਕ ਸਰੋਤ ਬੰਦਾ ਹੋਇਆ ਨਜ਼ਰ ਆ ਰਿਹਾ, ਹੋਰ ਜਿਹੜਾ ਉਹ ਤਬਕਾ ਜਿਨ੍ਹਾਂ ਦੀ ਸੋਚ ਅੱਜ ਵੀ ਮੈਲੀ ਹੈ, ਜਿਹੜੀ ਕਹਿਦਾ ਜਾਏ ਕਿ ਬਾਬਾ ਆਦਮ ਵਾਲੀ ਸੋਚ ਦੇ ਵਿੱਚ ਜੀਂਦੇ ਪਏ ਨੇ, ਜਿਹੜੇ ਔਰਤ ਨੂੰ ਔਰਤ ਦਾ ਦਰਜਾ ਨਹੀਂ ਦਿੰਦੇ, ਉਹ ਇੱਜ਼ਤ ਮਾਣ ਨਹੀਂ ਬਖਸ਼ਦੇ। ਉਮੀਦ ਹੈ ਕਿ ਅੱਜ ਦੇ ਇਸ ਸ਼ੋਅ ਤੋਂ ਬਾਅਦ ਉਹਨਾਂ ਦੀ ਸੋਚ ਦੇ ਵਿੱਚ ਸ਼ਾਇਦ ਥੋੜਾ ਬਹੁਤ ਬਦਲਾਅ ਜ਼ਰੂਰ ਆਏਗਾ। ਸੋ ਮੈਮ ਆਪਣੇ ਕੀਮਤੀ ਸਮੇਂ ਜੋ ਹੈ ਉਹ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਖਾਸ ਪੇਸ਼ਕਸ਼ ਸਾਂਝੀ ਗੱਲਬਾਤ ਦੇ ਵਿੱਚ ਨਹੀਂ, ਦੇਸ਼ ਵਿਦੇਸ਼ ਦੀ तमाम ਖਬਰਾਂ ਤੇ ਹੋਰ ਪ੍ਰੋਗਰਾਮ ਦੇ ਲਈ ਤੁਸੀਂ ਜੁੜੇ ਰਹੋ ਸਾਂਝਾ ਟੀਵੀ ਦੇ ਨਾਲ। ਮੈਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ।